ਭਗਵੰਤ ਮਾਨ ਸਾਹਿਬ ਸਿਰਫ ਤੁਹਾਡੀ ਮਾਂ ਦੇ ਸੀਨੇ 'ਚ ਦਿਲ ਹੈ, ਸਿਰਫ ਤੁਹਾਡੀ ਮਾਂ ਹੀ ਸਾਰੇ ਸੁਪਨੇ ਸਜਾ ਸਕਦੀ ਹੈ ਕਿ ਮੇਰੀ ਮਾਂ ਦੇ ਸੀਨੇ 'ਚ ਦਿਲ ਨਹੀਂ ਹੈ। ਤੁਸੀਂ ਝੂਠੇ ਪਰਚੇ ਦਿੱਤੇ ਮੇਰੇ ਤੇ। ਭਗਵੰਤ ਮਾਨ ਸਾਹਿਬ ਕੀ ਤੁਸੀਂ ਕੀ ਚਾਹੁੰਦੇ ਹੋ ਕਿ ਮੇਰੇ ਜੇਲ੍ਹ ਜਾਣ ਨਾਲ ਤੁਹਾਡੇ ਜਾਂ ਸਿਮਰਜੀਤ ਬੈਂਸ ਦੇ ਜਾਂ ਜੋ ਵੀ ਉਹਦੀ ਮਦਦ ਕਰ ਰਿਹਾ ਕਿ ਤੁਹਾਡੇ ਠੰਡ ਪੈ ਜੂਗੀ? ਕਿ ਮੈਂ ਬੀਜੇਪੀ 'ਚ ਚਲਾ ਗਿਆ ਕਿ ਮੇਰਾ ਖੂਨ ਬਦਲ ਗਿਆ ਕਿ ਮੇਰੇ 'ਚ ਬੀਜੇਪੀ ਨੇ ਕੋਈ ਹੋਰ ਖੂਨ ਪਾਤਾ? ਮੇਰੇ 'ਚ ਉਹੀ ਖੂਨ ਹੈ ਜਿਹੜਾ ਭਗਵੰਤ ਮਾਨ ਸਾਹਿਬ 'ਚ ਜਿਹੜੇ ਹਰ ਇੱਕ ਪੰਜਾਬੀ 'ਚ ਉਹੀ ਅਸੀਂ ਹੈ ਨਾ। ਮੈਂ ਬੀਜੇਪੀ 'ਚ ਚਲਾ ਗਿਆ, ਮੈਂ ਕੋਈ ਗੁਨਾਹ ਕਰਤਾ? ਮੈਂ ਪਰਮਜੀਤ ਕੌਰ ਦੇ ਰੇਪ ਕੇਸ 'ਚ ਗਵਾਹੀ ਦੇਤੀ, ਮੈਂ ਗੁਨਾਹ ਕਰਤਾ? ਜ਼ੁਬਾਨ ਫਤਿਹ ਹੁੰਦਾ ਮੈਦਾਨ ਫਤਿਹ, ਮੈਂ ਜ਼ੁਬਾਨ ਕਰ ਚੱਲਿਆ। ਤੁਸੀਂ 10 ਪਰਚੇ ਹੋਰ ਦਰਜ ਕਰਾ ਲਓ, ਮੈਂ ਪਰਮਜੀਤ ਦੇ ਰੇਪ ਕੇਸ 'ਚ ਗਵਾਹੀ ਦਊਂਗਾ, ਹੋ ਕੇ ਦਊਂਗਾ। ਜਿੱਥੇ ਤੱਕ ਮੈਨੂੰ ਜਾਣਾ ਪਿਆ ਮੈਂ ਜਾਊਂਗਾ। ਕਿਹੜਾ ਉਹ ਬਦਮਾਸ਼ ਹੋ ਗਿਆ? ਦੇਖੋ ਪੋਸਟ ਕੀ ਪਾ ਰਿਹਾ, ਕਹਿੰਦਾ ਬਹੀ ਖਾਤੇ ਤਿਆਰ ਰੱਖਿਓ, ਹਿਸਾਬ ਕਿਤਾਬ ਮੈਂ ਵਿਆਜ ਸਮੇਤ ਪੂਰਾ ਵਾਪਸ ਕਰਾਂ। ਸਿਮਰਜੀਤ ਬੈਂਸ ਐਡਾ ਕੁ ਘਟੀਆ ਬੰਦਾ ਹੈ ਨਾ ਵੀ ਉਹਨਾਂ ਜਿਹੜੇ ਤਾਂ ਲੁਧਿਆਣੇ ਰਹਿੰਦੇ ਆ ਉਹਨਾਂ ਨੂੰ ਤਾਂ ਉਹਦੀ ਰਗ ਪਤਾ ਬਈ ਇਹ ਉਹ ਸੱਪ ਹੈ ਜਿਹੜਾ ਇਹਨੂੰ ਦੁੱਧ ਪਿਲਾਊਗਾ ਇਹਨੇ ਉਹਨੂੰ ਡੰਗਣਾ, ਨਹੀਂ ਤਾਂ ਇੱਕ ਘਰ ਤਾਂ ਕਹਿੰਦੇ ਡੈਨ ਵੀ ਛੱਡ ਦਿੰਦੀ ਹੈ। ਸਤਿ ਸ਼੍ਰੀ ਅਕਾਲ ਜੀ, ਆਨਰ ਦੇਖ ਰਹੇ ਹੋ ਤੇ ਮੈਂ ਹਾਂ ਰਵਰਿੰਦਰ ਸਿੰਘ ਬੈਨੀਪਾਲ। ਸਿਆਸਤ ਦੇ ਵਿੱਚ ਕਹਿੰਦੇ ਪਰਚੇ ਆਮ ਜੀ ਗੱਲ ਹੈ, ਪਰ ਪਿਛਲੇ ਸਮੇਂ ਦੌਰਾਨ ਦੇਖਿਆ ਸੀ ਕਿ ਬਹੁਤ ਸਾਰੇ ਅਜਿਹੇ ਸਿਆਸਤਦਾਨ ਨੇ ਜਿਨ੍ਹਾਂ ਤੇ ਸਵਾਲ ਇਹ ਉੱਠੇ ਨੇ ਕਿ ਉਹਨਾਂ ਨੇ ਸਰਕਾਰ ਜਾਂ ਪੁਲਿਸ ਦੇ ਪੈਣ ਵਾਲੇ ਪਰਚਿਆਂ ਤੋਂ ਡਰ ਕੇ ਪਾਰਟੀਆਂ ਬਦਲ ਲਈਆਂ ਨੇ। ਜਿਸ ਪਾਰਟੀ ਦੇ ਵਿੱਚ ਸੀ ਉਸ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਭਾਵ ਕਿ ਬੀਜੇਪੀ ਦੇ ਵਿੱਚ ਬਹੁਤ ਸਾਰੇ ਆਗੂ ਚਲੇ ਗਏ ਨੇ ਤੇ ਇਸ ਤਰੀਕੇ ਦੇ ਨਾਲ ਉਹਨਾਂ ਤੇ ਸਵਾਲ ਉੱਠੇ ਸੀ ਕਿ ਪਰਚੇ ਤੋਂ ਬਚਣ ਲਈ ਇਹਨਾਂ ਆਗੂਆਂ ਨੇ ਪਾਰਟੀ ਬਦਲੀ ਹੈ। ਪਰ ਅੱਜ ਜਿਸ ਨੌਜਵਾਨ ਆਗੂ ਦੇ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ, ਪਾਰਟੀ ਉਸਨੇ ਵੀ ਬਦਲੀ ਹੈ ਪਰ ਪਰਚਾ ਫਿਰ ਵੀ ਪੈ ਗਿਆ। ਮੇਰੇ ਨਾਲ ਅੱਜ ਮੌਜੂਦ ਨੇ ਭਾਜਪਾ ਦੇ ਨੌਜਵਾਨ ਆਗੂ ਗੁਰਵਿੰਦਰ ਸਿੰਘ ਪ੍ਰਿੰਕਲ, ਲੁਧਿਆਣਾ ਤੋਂ ਸੰਬੰਧ ਰੱਖਦੇ ਨੇ। ਪ੍ਰਿੰਕਲ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਦਾ। ਤੁਹਾਡਾ ਵੀ ਥੈਂਕ ਯੂ ਜੀ। ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਗਏ ਕਿ ਪਰਚਾ ਨਹੀਂ ਪਊਗਾ, ਪਰ ਪਰਚਾ ਫਿਰ ਵੀ ਤੁਹਾਡੇ ਤੇ ਪੈ ਗਿਆ। ਇਹ ਹੋਈ ਤਾਂ ਕਿੱਦਾਂ ਹੋਈ? ਦੇਖੋ ਮੈਂ ਇਹ ਸੋਚ ਕੇ ਨਹੀਂ ਗਿਆ ਸੀ ਕਿ ਪਰਚਾ ਨਹੀਂ ਪਊਗਾ। ਮੈਂ ਬੀਜੇਪੀ 'ਚ ਤਾਂ ਗਿਆ ਸੀ ਕਿਉਂਕਿ ਮੈਂ ਸਿਮਰਜੀਤ ਦੇ ਬੈਂਸ ਦੇ ਰੇਪ ਕੇਸ 'ਚ ਗਵਾਹੀ ਦਿੱਤੀ ਸੀ। ਗਵਾਹ ਵਾਂ ਮੈਂ, ਅੱਜ ਵੀ ਸਟਿਲ ਆਪਣੇ ਸਟੈਂਡ ਤੇ ਕਾਇਮ ਖੜਾ। ਉਸ ਸਮੇਂ ਦੀ ਸਰਕਾਰ ਨੇ, ਕਾਂਗਰਸ ਸਰਕਾਰ ਨੇ ਉਹਦਾ ਸਾਥ ਦਿੱਤਾ। ਗੁਰਦੀਪ ਜਿਹੜੇ ਬਲਾਤਕਾਰ ਪੀੜਿਤ ਸੀ, ਤੁਸੀਂ ਖੁਦ ਕਾਂਗਰਸ 'ਚ ਰਹੇ ਹੋ? ਮੈਂ ਕਾਂਗਰਸ 'ਚ ਸੀ, ਮੈਂ ਕਾਂਗਰਸ 'ਚ ਹੀ ਰਿਹਾ ਔਰ ਕਾਂਗਰਸ 'ਚ ਰਹਿ ਕੇ ਹੀ ਪ੍ਰੋਟੈਸਟ ਕਰਦਾ ਰਿਹਾ। ਜੇ ਮੈਂ ਕਹਿੰਦਾ ਜੇ ਕਾਂਗਰਸ ਦੇ ਵਿੱਚ ਤੁਸੀਂ YouTube ਤੇ ਸਾਰਾ ਚੈੱਕ ਕਰ ਸਕਦੇ ਹੋ ਕਿ ਮੇਰੇ ਪ੍ਰੋਟੈਸਟ 'ਚ ਕੋਈ ਕਮੀ ਰਹੀ। ਦੇਖੋ ਸਰਕਾਰ ਨਾਲ ਮਿਲੀ ਹੋਈ ਸੀ, ਪਹਿਲੇ ਕੈਪਟਨ ਅਮਰਿੰਦਰ ਸਿੰਘ ਜੀ ਉਹਨੂੰ ਬਚਾਉਂਦੇ ਰਹੇ ਬਲਾਤਕਾਰ ਕੇਸ 'ਚ, ਫਿਰ ਚੰਨੀ ਸਾਹਿਬ ਬਚਾਉਣ ਲੱਗ ਗਏ। ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਹੁੰਦੇ ਸੀ, ਉਹਨਾਂ ਦਾ ਤਾਂ ਸਿੱਧਾ ਹੀ ਨਾਮ ਲੱਗਿਆ ਔਰ ਉਹਨਾਂ ਨੇ ਮੈਨੂੰ ਸਿੱਧਾ ਮੂੰਹ ਤੇ ਏਦਾਂ ਜਿੱਦਾਂ ਆਪਾਂ ਬੈਠੇ ਆ, ਉਹਨਾਂ ਨੇ ਮੈਨੂੰ ਇੱਕ ਦਿਨ ਉਹਨਾਂ ਦੇ ਮੂੰਹੋਂ ਨਿਕਲ ਗਈ ਗੱਲ, ਕਹਿੰਦੇ ਮੈਂ ਤਾਂ ਇਹਨੂੰ 2-3 ਸੀਪੀਆਂ ਨਾਲ ਮਿਲਾ ਲਿਆ ਆ, ਇਹ ਮੇਰੇ ਬਾਰੇ ਹੀ ਕਦੀ ਬੋਲ ਦਿੰਦਾ। ਕਹਿਣ ਦਾ ਮਤਲਬ ਉਹਨਾਂ ਦੇ ਮੂੰਹੋਂ ਨਿਕਲ ਗਈ ਗੱਲ। ਮੈਂ ਉਹਨਾਂ ਦੀ ਇੱਜ਼ਤ ਕਰਦਾ, ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ, ਉਹਨਾਂ ਨੇ ਮਦਦ ਕੀਤੀ ਤੇ ਉਹ ਤੋਂ ਮਨ ਖੱਟਾ ਜਿਹਾ ਹੋਇਆ ਵੀ ਮੇਰਾ ਗੁਰਦੀਪ ਸਿੰਘ ਗੋਸ਼ਾ ਜੀ ਨਾਲ ਬਹੁਤ ਭਰਾਵਾਂ ਵਾਲਾ ਪਿਆਰ ਸੀ। ਤੇ ਮੈਂ ਦੇਖੋ ਆਪਾਂ ਤਾਂ ਸੇਵਾ ਕਰਨੀ ਹੈ ਨਾ ਜੀ, ਆਪਾਂ ਕਿਹੜਾ ਕੋਈ ਸਿਆਸਤ ਦਾ ਜਾਂ ਪਾਰਟੀ ਤੋਂ ਕੋਈ ਫਾਇਦਾ ਲੈਣਾ। ਜੇ ਕਿਸੇ ਪਾਰਟੀ ਤੋਂ ਕੋਈ ਫਾਇਦਾ ਲੈਣਾ ਹੁੰਦਾ ਤੇ ਅਸੀਂ ਆਮ ਆਦਮੀ ਪਾਰਟੀ 'ਚ ਜਾਂਦੇ, ਉਹਨਾਂ ਦੀ ਤਾਂ ਸਮੇਂ ਦੀ ਸਰਕਾਰ ਸੀਗੀ। ਜਾਂ ਮੈਨੂੰ ਕਿਹੜਾ ਨਹੀਂ ਜਾਣਦੇ ਸੀਗੇ, ਸਾਰੇ MLA ਜਾਣਦੇ ਸੀ, ਸਾਰਾ ਕੁਝ ਸੀਗਾ। ਸੋ ਮੈਂ ਬੀਜੇਪੀ ਜੁਆਇਨ ਕੀਤੀ ਸੇਵਾ ਕਰਨ ਵਾਸਤੇ ਗੁਰਦੀਪ ਸਿੰਘ ਗੋਸ਼ਾ ਜੀ ਦੇ ਨਾਲ। ਤੁਸੀਂ ਕਹਿ ਰਹੇ ਹੋ ਕਿ ਸਿਮਰਜੀਤ ਬੈਂਸ ਤੇ ਖੁਦ ਕਾਂਗਰਸ ਪਾਰਟੀ ਹੀ ਬਚਾਉਂਦੀ ਰਹੀ ਸਿਮਰਜੀਤ ਬੈਂਸ ਨੂੰ। ਤੁਸੀਂ ਕਮਲਜੀਤ ਕੜਵੜ ਹੋਣਾ ਦੇ ਨਾਲ ਰਹੇ ਜੀ, ਵਿਧਾਨ ਸਭਾ ਚੋਣਾਂ ਵੀ ਤੁਸੀਂ ਉਹਨਾਂ ਦਾ ਬਹੁਤ ਖੁੱਲ੍ਹ ਕੇ ਸਪੋਰਟ ਕੀਤੀ। ਬਿਲਕੁਲ ਠੀਕ। ਤੇ ਕਮਲਜੀਤ ਕੜਵੜ ਤੇ ਵਰਸਸ ਸਿਮਰਜੀਤ ਸਿੰਘ ਬੈਂਸ ਬਹੁਤ ਵਾਰੀ ਆਮੋ ਸਾਹਮਣੇ ਵੀ ਹੋਏ ਨੇ, ਠੀਕ ਹੈ। ਤੇ ਕੜਵੜ ਸਾਹਿਬ ਨੇ ਜ਼ੋਰ ਨਹੀਂ ਲਾਇਆ ਕਿ ਸਰਕਾਰ ਪਾਰਟੀ ਮਦਦ ਕਿਉਂ ਕਰ ਰਹੀ ਹੈ? ਮੈਂ ਨਾ ਇੱਕ ਗੱਲ ਦੱਸਾਂ ਤੁਹਾਨੂੰ, ਸਹੀ 'ਚ ਮੈਂ 1-2 ਵਾਰੀ ਨਾ ਹਾਈਪਰ ਹੋ ਕੇ ਗੁੱਸੇ 'ਚ ਕੜਵਲ ਸਾਹਿਬ ਨੂੰ ਬੋਲਿਆ ਵਾਂ, 1-2 ਵਾਰੀ ਔਨ ਰਿਕਾਰਡ ਵੀ ਬੋਲਿਆ। ਉਹ ਬੰਦੇ ਨੂੰ ਫੋਨ ਤੇ ਵੀ 1-2 ਵਾਰੀ ਗੁੱਸੇ 'ਚ ਬੋਲਿਆ। ਪਤਾ ਨਹੀਂ ਉਹ ਮੈਨੂੰ ਅੱਗੋਂ ਜਵਾਬ ਨਹੀਂ ਦਿੰਦਾ, ਸੁਣ ਲੈਂਦਾ। ਕਿਉਂ ਸੁਣ ਲੈਂਦਾ? ਸ਼ਾਇਦ ਮੈਨੂੰ ਪਿਆਰ ਕਰਦਾ। ਕਈ ਵਾਰੀ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਇਹਨੂੰ ਯਾਰ ਇੰਨਾ ਬੋਲਦਾ, ਨਹੀਂ ਤਾਂ ਅੱਜ ਦਾ ਉਹ ਸਮਾਂ ਵੀ ਤੁਸੀਂ ਕਿਸੇ ਛੋਟੇ ਬੱਚੇ ਨੂੰ ਚਪੇੜ ਮਾਰੋਗੇ ਨਾ ਤੁਹਾਡੇ ਵਾਪਸ ਮਾਰੂਗਾ। ਔਰ ਐਡਾ ਵੱਡਾ ਬੰਦਾ ਫਿਰ ਵੀ ਮੇਰੀ ਗੱਲ ਸੁਣ ਕੇ ਬੋਲਦਾ ਨਹੀਂ। ਇੱਕ ਦਿਨ ਨਾ ਮੈਂ ਕੜਵਲ ਸਾਹਿਬ ਨਾਲ ਸਰਕਾਰ ਹੁੰਦੀ ਸੀ ਕਾਂਗਰਸ ਦੀ, ਆਸ਼ੂ ਜੀ ਦੇ ਘਰੇ ਚਲੇ ਗਏ।
ਮਿਲਣ, ਸੁਣੀ ਜਾਣਾ, ਇਹ ਕੱਟੇ ਹੋਣਾ ਗੱਲ ਪਲੀਜ਼। ਘਰੇ ਚਲੇ ਗਏ ਮਿਲਣ, ਆਸ਼ੂ ਜੀ ਆਪਣੇ ਸੋਫੇ ਤੇ ਬੈਠੇ ਹੋਏ ਸੀ, ਅਸੀਂ ਦੇਖ ਲਿਆ। ਭੂਸ਼ਣ ਆਸ਼ੂ ਮੰਤਰੀ ਭਰਤ ਭੂਸ਼ਣ ਆਸ਼ੂ ਜੀ ਆਪਣੇ ਘਰੇ ਸੋਫੇ ਤੇ ਬੈਠੇ ਹੋਏ ਸੀ ਔਰ ਅਸੀਂ ਦੇਖ ਲਿਆ। ਉਦੋਂ ਤਤਕਾਲੀ ਮੰਤਰੀ ਸੀ, ਉਦੋਂ ਤਤਕਾਲੀ ਮੰਤਰੀ ਸੀ। ਕੜਵਲ ਸਾਹਿਬ ਨੂੰ ਵੀ ਗਨਮੈਨ ਵਗੈਰਾ ਸਿਕਿਉਰਿਟੀ ਪੂਰਾ ਤਾਮਾ ਜਾਮਾ ਬਾਬੇ ਦੀ ਕਿਰਪਾ ਸੀ। ਠੀਕ ਹੈ, ਗਏ ਤਾਂ ਆਸ਼ੂ ਜੀ ਨੇ ਦੇਖ ਲਿਆ, ਕੜਵਲ ਆਇਆ ਔਰ ਉਹਨਾਂ ਨੇ ਆਪਣੇ ਪੀਏ ਹੱਥ ਸੁਨੇਹਾ ਭਜਵਾਇਆ ਵੀ ਉਹਨੂੰ ਕਹਦੇ ਸੁੱਤਾ ਆ। ਠੀਕ ਹੈ, ਇਹ ਇੱਕ ਵਾਰ ਦਾ ਵਾਕਿਆ। ਇਸ ਤੋਂ ਬਾਅਦ ਵੀ ਸੇਮ ਵਾਕਿਆ ਦੁਬਾਰਾ ਮੈਂ ਦੇਖਿਆ। ਠੀਕ ਹੈ, ਬਸ ਉਹ ਬੰਦਾ ਕੜਵਲ, ਉਹਨੂੰ ਸਲੂਟ ਹੀ ਹੈ ਵੀ ਉਹ ਬੰਦਾ ਇਹਨਾਂ ਨਾਲ ਕੱਟੀ ਗਿਆ ਉਹ ਬੰਦਾ ਇਹਨਾਂ ਨਾਲ। ਕਿੱਦਾਂ? ਜੋ ਉਹ ਬੰਦੇ ਨੂੰ ਇਹ ਪਰੇਸ਼ਾਨ ਕਰਦੇ ਸੀ, ਉਹਦੇ ਹਲਕੇ 'ਚ ਐਸਐਚਓ ਹੋਰ ਲਵਾਣੇ, ਉਹਦੇ ਹਲਕੇ ਡਿਪਟੀ ਹੋਰ ਲਵਾਣੇ। ਇਹ ਮੈਨੂੰ ਲੱਗਦਾ ਪ੍ਰਿੰਕਲ ਆਪਾਂ ਸ਼ਾਇਦ ਨਹੀਂ, ਫਿਰ ਇੱਥੋਂ ਕੀ ਸਾਬਤ ਹੁੰਦਾ ਵੀ ਉਹ ਹਲਕੇ ਨੂੰ ਜਾਣ ਕੇ ਖਰਾਬ ਕੀਤਾ ਗਿਆ ਕਿ ਬੈਂਸ ਮਜ਼ਬੂਤ ਹੋਵੇ। ਇਹੀ ਗੱਲ ਸੀ ਨਾ, ਹੋਰ ਕੀ ਗੱਲ ਸੀ? ਨਹੀਂ ਤਾਂ ਉਸ ਹਲਕੇ ਨੂੰ ਕੜਵਲ ਨਾਲੋਂ ਵਧੀਆ ਬੰਦਾ ਮੈਂ ਕਹਿੰਦਾ ਨਹੀਂ ਮਿਲ ਸਕਦਾ ਸੀ। ਇਹ ਸੱਚਾਈ ਹੈ। ਪਰ ਅਸਲ 'ਚ ਮਿਲੀ ਭੁਗਤ ਗੇਮ ਚੱਲਦੀ ਰਹੀ। ਜਿਹੜੀ 75-25 ਦੀ ਗੱਲ ਸਿੱਧੂ ਸਾਹਿਬ ਕਰਦੇ ਸੀ ਨਾ, ਉਹ ਲੁਧਿਆਣੇ 'ਚ ਵੀ ਚੱਲਦੀ ਸੀ। ਤੇ ਫਿਰ ਇਹਦਾ ਮਤਲਬ ਇਹ ਤਾਂ ਫਿਰ ਗੱਲ ਠੀਕ ਹੈ, ਜਿਹੜੇ ਲੋਕ ਅੱਜ ਕਹਿ ਰਹੇ ਨੇ ਕਿ ਜਦੋਂ ਤੱਕ ਕਾਂਗਰਸ ਦੀ ਸਰਕਾਰ ਰਹੀ ਸਿਮਰਜੀਤ ਬੈਂਸ ਤੇ ਕੋਈ ਐਕਸ਼ਨ ਨਹੀਂ ਹੋਇਆ ਪੁਲਿਸ ਦਾ, ਬਿਲਕੁਲ ਪਾਰਟੀ ਸਰਕਾਰ ਬਦਲੀ ਹੈ ਤਾਂ ਐਕਸ਼ਨ ਹੋਇਆ। ਇਹ ਗੱਲ ਤੁਸੀਂ ਸੱਚੀ ਸਾਬਤ ਕਰ ਰਹੇ ਹੋ। ਮੈਂ ਮੰਨਦਾ ਜੀ, ਜਿਸ ਦਿਨ ਮੈਨੂੰ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਜਿੱਦਣ ਉਹ ਹਾਰ ਗਏ, ਉਹਨਾਂ ਨੇ ਮੈਂ ਤੁਹਾਨੂੰ ਪੋਸਟ ਪਾ ਕੇ ਰਿਜ਼ਾਈਨ ਕੀਤਾ ਕਿ ਅੱਜ ਮੈਂ ਸਾਬਕਾ ਮੰਤਰੀ ਜੀ ਦੀ ਡੈਰੀ ਫਾਰਮ ਤੇ ਬੁਲਾਇਆ। ਉਹਨਾਂ ਦੇ ਮੂੰਹੋਂ ਅਚਨਚੇਤ ਗੱਲ ਨਿਕਲ ਗਈ ਕਿ ਮੈਂ ਇਹਨੂੰ ਰਕੇਸ਼ ਅਗਰਵਾਲ ਜੀ ਨਾਲ ਮਿਲਾ ਕੇ ਲਿਆਇਆ ਕਰੇ, ਮੈਂ ਨੋਨਿਆਲ ਜੀ ਨਾਲ ਮਿਲਾ ਕੇ ਲਿਆਇਆ ਕਰੇ, ਮਤਲਬ ਨਾਮ ਲੈ ਕੇ ਸੀਪੀ ਸਾਹਿਬ ਆਰਾ ਦੇ ਦੱਸੇ ਮੈਨੂੰ ਬਈ ਇਹ ਮੇਰੇ ਤੇ ਹੀ ਚੜੀ ਜਾਂਦਾ, ਵੀ ਮੇਰੇ ਬਾਰੇ ਹੀ ਬੋਲ ਦਿੰਦਾ ਕਦੀ ਹੈਨਾ ਬਈ। ਉਹਨਾਂ ਨੇ ਜਦੋਂ ਮੂੰਹੋਂ ਇਹ ਗੱਲ ਨਿਕਲੀ, ਜਦੋਂ ਹੀ ਮੈਂ ਕਾਂਗਰਸ ਛੱਡ ਕੇ ਤੇ ਮੈਂ ਆਪਦੇ ਘਰੇ ਬਹਿ ਗਿਆ ਔਰ ਗੋਸ਼ਾ ਜੀ ਨੇ ਮੈਨੂੰ ਟੱਚ ਕੀਤਾ ਔਰ ਮੈਨੂੰ ਪਾਰਟੀ ਉਹਨਾਂ ਨੇ ਜੁਆਇਨ ਕਰਾਈ। ਬਾਕੀ ਰਹੀ ਪਰਚੇ ਦੀ ਗੱਲ, ਮੈਂ ਇਹ ਪਰਚਾ ਕਿਉਂ ਹੋਇਆ? 27/7 ਨੂੰ ਤੁਹਾਨੂੰ ਯਾਦ ਹੋਊਗਾ ਇੱਕ ਕੰਪਲੇਂਟ ਰੇਪ ਦੀ ਬੈਂਸ ਤੇ ਹੋਰ ਦਿੱਤੀ ਸੀ ਪਰਮਜੀਤ ਕੌਰ ਜੀ ਨੇ, ਦਿੱਤੀ ਸੀ ਨਾ। ਤੁਹਾਨੂੰ ਪਤਾ ਹੀ ਨਹੀਂ ਕਿਸੇ ਨੂੰ, ਨਾ ਮੀਡੀਆ ਨੇ ਉਹ ਖਬਰ ਹਾਈਲਾਈਟ ਕੀਤੀ। ਉਹ 27/7 ਨੂੰ ਦੁਬਾਰਾ ਕੰਪਲੇਂਟ ਕਮਿਸ਼ਨਰ ਸਾਹਿਬ ਨੂੰ ਦੇ ਕੇ ਆਏ ਨੇ, ਕਹਿੰਦੇ ਹੁਣ ਬੈਂਸ ਜੇਲ੍ਹ 'ਚ ਹੈ। ਇਸ 27 ਜੁਲਾਈ ਇਸ 27/7 ਨੂੰ ਜੀ, 16/7 ਨੂੰ ਮੈਂ ਬੀਜੇਪੀ ਜੁਆਇਨ ਕਰਦਾ, 27/7 ਨੂੰ ਉਹ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦੇ ਕੇ ਆਏ ਆ ਪੇਸ਼ ਹੋ ਕੇ ਕਿ ਮੈਨੂੰ ਡਰਾ ਕੇ ਹਟਾਇਆ ਗਿਆ, ਮੇਰੇ ਤੇ ਆਪ ਪਰਚੇ, ਹੁਣ ਬੈਂਸ ਜੇਲ੍ਹ 'ਚ ਨੇ। ਬੈਂਸ ਦੇ ਛੁੱਟਣ ਤੋਂ ਪਹਿਲੇ ਮੇਰੇ ਕੇਸ ਦੀ ਤਫਤੀਸ਼ ਕਰਕੇ ਉਹਦੇ ਤੇ ਪਰਚਾ ਦੇ ਦਿਓ ਔਰ ਸਾਰੀ ਸੱਚਾਈ ਦੀ ਇੱਕ ਤੁਸੀਂ ਸਿੱਟ ਬਣਾ ਕੇ ਜਾਣ। ਦੇਖੋ ਸੱਚ, ਉਹਨਾਂ ਨੇ ਪਰਮਜੀਤ ਕੌਰ ਨੇ ਵੀ ਲਿਖਿਆ ਕਿ ਪ੍ਰਿੰਕਲ ਮੇਰਾ ਇਕਲੌਤਾ ਗਵਾਹ ਹੈ। ਮੈਂ ਤਾਂ ਕਹਿੰਦਾ, ਮੈਂ ਤਾਂ ਪਹਿਲੇ ਵੀ ਨਹੀਂ ਮੁੱਕਰਿਆ ਸੀ। ਉਹਨੂੰ ਜਦੋਂ ਡਰਾ ਕੇ ਮੁਕਰਾਇਆ ਸੀ, ਮੈਂ ਉਹਦੇ ਖਿਲਾਫ ਕੋਈ ਇੰਟਰਵਿਊ ਕੋਈ ਸਟੇਟਮੈਂਟ ਨਹੀਂ ਦਿੱਤੀ। ਕਿਉਂ? ਮੈਨੂੰ ਪਤਾ ਸੀ, ਕਿਉਂਕਿ ਬੱਚੇ ਉਹਦੇ ਦੋਨੋਂ ਕੈਨੇਡਾ ਦੇ ਵਿੱਚ ਆ, ਦੋਨਾਂ ਬੱਚਿਆਂ ਦੇ ਪਰਚੇ ਦੇਤੇ। ਇਸ ਤੋਂ ਵੱਧ ਉਹ ਆਪਣੇ ਬੱਚਿਆਂ ਨੂੰ ਮਿਲਣ ਨੂੰ ਮਜਬੂਰ ਕਰਤਾ ਸੀਗਾ ਵੀ ਭਾਜੀ ਮੇਰੀ ਦੇਖੋ ਵਾਪਸ ਲਵੇ। ਦੇਖੋ ਕਿੰਨੀ ਵੱਡੀ ਗੱਲ ਆ ਵੀ ਉਹਦੇ ਬੱਚੇ ਕੈਨੇਡਾ ਵਿੱਚ ਹੈ 12 ਸਾਲ ਤੋਂ ਤੇ ਪਰਚੇ ਇੱਥੇ ਹੋਈ ਜਾਂਦੇ ਆ। ਮੈਂ ਤਾਂ ਕਹਿੰਦਾ ਪੰਜਾਬ ਸਰਕਾਰ ਨੂੰ ਵੀ ਤੁਸੀਂ ਇੱਕ ਸਿੱਟ ਬਣਾਓ, ਕੋਈ ਸਾਬਕਾ ਜੱਜ ਸਾਹਿਬ ਦੇ ਨੇਤਰ 'ਚ ਪਤਾ ਤਾਂ ਲੱਗੇ ਤੁਹਾਨੂੰ ਵੀ ਕਿੰਨਾ ਘਾਣ ਹੋ ਰਿਹਾ ਲੋਕਤੰਤਰ ਦਾ। ਪਰ ਉਹ ਤਾਂ ਕਹਿੰਦੇ ਝੂਠੇ ਨੇ, ਇਹ ਦੋਨੋਂ ਮਹਿਲਾਵਾਂ ਝੂਠੀਆਂ ਨੇ। ਇੱਕ ਉਹਨਾਂ ਦੇ ਭਰਾ ਨੂੰ ਬੇਲ ਵੀ ਮਿਲ ਗਈ ਹੈ। ਮੈਂ ਤੁਹਾਨੂੰ ਉਹ ਜਿਹੜੇ ਭਰਾ ਨੂੰ ਬੇਲ ਮਿਲੀ ਹੈ ਉਹਦਾ ਸਿਰਫ ਇੰਨਾ ਕੁ ਰੋਲ ਸੀ ਕਿ ਉਹਨੇ ਥ੍ਰੈਟ ਕੀਤਾ, ਤੇ ਜਿਹੜਾ ਮੇਨ ਇਹਦਾ ਭਰਾ ਏ ਜਿਹੜਾ ਉਹ ਇਹਦੇ ਨਾਲ ਹੀ ਹੈ 376 'ਚ ਅੰਦਰ। ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਮੈਂ ਤੁਹਾਨੂੰ ਆਪ ਜੀ ਨੂੰ ਇੱਕ FIR ਦੀ ਕਾਪੀ ਦੇ ਕੇ ਜਾਊਂਗਾ 307 ਦੀ। ਮੇਰੇ ਉੱਤੇ 307 ਦਾ ਪਰਚਾ ਦਰਜ ਹੋਇਆ ਅੰਬਾਲੇ, ਠੀਕ ਹੈ। ਉਹਦੇ ਵਿੱਚ ਮੇਰੇ ਤੇ ਔਰ ਗੁਰਦੀਪ ਕੌਰ ਜਿਹੜਾ ਸੈਕਿੰਡ ਰੇਪ ਕੇਸ ਹੈ ਉਹਨਾਂ ਦੇ ਗਵਾਹ ਰਣਜੀਤ ਸਿੰਘ ਖਹਿਰਾ ਤੇ ਗੁਰਦੀਪ ਕੌਰ ਦੇ ਬੇਟੇ ਤੇ ਅਮਰਜੀਤ ਸਿੰਘ ਤੇ ਮੇਰੇ ਇੱਕ ਦੋਸਤ ਪਰਮਜੀਤ ਤੇ ਮੇਰੇ ਫਾਦਰ ਤੇ 307 ਦਾ ਪਰਚਾ ਹੁੰਦਾ, ਪ੍ਰੋਪਰ ਕੈਂਸਲ ਹੋਣ ਤੋਂ ਬਾਅਦ ਹੋਇਆ ਸੀ। ਯੈਸ ਬ੍ਰਦਰ, ਯੈਸ। 7ਵੇਂ ਮਹੀਨੇ ਪਿਛਲੇ ਸਾਲ ਅਸੀਂ ਰੇਪ ਦੀ ਕੰਪਲੇਂਟ ਦਿੱਤੀ, 8ਵੇਂ ਮਹੀਨੇ ਪਰਚਾ। ਦੇਖੋ ਤੁਸੀਂ ਹੈਰਾਨ ਹੋ ਜਾਓਗੇ, ਉਸ ਪਰਚੇ 'ਚ ਕੋਰਟ 'ਚ 182 ਲੱਗੀ ਹੈ। ਉਹ ਪਰਚਾ ਕੋਰਾ ਝੂਠ ਕਰਾਰ ਹੋਇਆ। ਮੈਂ ਤੁਹਾਨੂੰ ਕਾਪੀ ਦੇ ਕੇ ਜਾਊਂਗਾ। ਉਹ ਕਲੀਅਰ ਹੋ ਗਏ, ਬਿਲਕੁਲ ਕਲੀਅਰ ਹੋ ਗਿਆ ਜੀ। ਮੈਂ ਪਰ ਆ ਦੱਸੋ ਨਾ, ਜਿਹੜਾ 509 ਤੇ IT ਐਕਟ ਦੇ ਤਹਿਤ ਜਿਹੜਾ ਪਰਚਾ ਦਰਜ ਹੋਇਆ। ਹਾਂ, ਮੈਂ ਤੁਹਾਨੂੰ ਦੱਸਦਾ। ਦੇਖੋ ਦੋ ਜਾਣੇ ਸੋਸ਼ਲ ਮੀਡੀਆ ਤੇ ਭਿੜੇ ਇੱਕ ਦੂਜੇ ਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢੀਆਂ। 235 ਨੰਬਰ FIR ਹੈ ਨਾ ਜੀ, ਡਿਵੀਜ਼ਨ ਨੰਬਰ 7 ਲੁਧਿਆਣਾ। ਹਰ ਬੰਦਾ ਆਨਲਾਈਨ ਕੱਢ ਕੇ ਪੜ੍ਹ ਸਕਦਾ। ਤੁਸੀਂ ਪੜ੍ਹੋ, ਵਕੂਏ ਦਾ ਕੋਈ ਟਾਈਮ ਨਹੀਂ, ਕੋਈ ਡੇਟ ਨਹੀਂ, ਕੋਈ ਕੁਛ ਨਹੀਂ। ਇਹ ਦਰਖਾਸਤ ਫਾਈਲ ਹੋ ਗਈ ਸੀ। ਜਿਹੜੀ ਇਹ ਸੋਸ਼ਲ ਮੀਡੀਆ ਤੇ ਤੁਸੀਂ ਗਾਲਮ ਗਾਲੀ ਹੋਈ ਜਾਂ ਬਿਆਨ ਤੁਹਾਡੇ ਭਿੜੇ ਨੇ, ਉਹ 'ਚ ਲਿਖਿਆ ਹੋਇਆ ਵੀ ਇਹ ਆਮੋ ਸਾਹਮਣੇ ਨਹੀਂ ਗੱਲ ਹੋਈ। ਬਿਲਕੁਲ ਨਹੀਂ ਹੋਈ। ਉਹ 'ਚ ਲਿਖਿਆ ਹੋਇਆ ਵੀ ਇਹਨੇ ਕੜਵਲ ਦੇ ਹੱਕ 'ਚ
ਪੋਸਟਾਂ ਮੈਨੂੰ ਗਾਲਾਂ ਪਾਤੀਆਂ ਕੱਢੀਆਂ। ਜਾਂ ਕਮੈਂਟ ਕਰਤੇ। ਅੱਛਾ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ, FIR ਦੇ ਵਿੱਚ ਲਿਖਿਆ ਹੋਇਆ ਵੀ ਜਿਹੜੀ ਲੇਡੀ ਦੇ ਬਿਆਨ ਤੇ ਪਰਚਾ ਆਇਆ, ਉਹਨੇ ਲਿਖਿਆ ਵੀ ਮੇਰੇ ਹਸਬੰਡ ਨੇ ਗੁਰਵਿੰਦਰ ਪ੍ਰਿੰਕਲ ਨੂੰ ਗਾਲਾਂ ਕੱਢੀਆਂ, ਗੁਰਵਿੰਦਰ ਪ੍ਰਿੰਕਲ ਨੇ ਮੈਨੂੰ ਕੱਢੀਆਂ, ਦੋਨਾਂ ਨੇ ਇੱਕ ਦੂਜੇ ਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ। ਉਹ ਕਹਿੰਦੀ ਗਾਲ ਦੋਨਾਂ ਨੇ ਕੱਢੀਆਂ। ਹੁਣ ਜੇ ਗਾਲ ਕੱਢਾਂਗੇ ਤਾਂ ਗਾਲ ਤਾਂ ਹੁਣ ਘਰਦਿਆਂ ਨੂੰ ਹੀ ਲੱਗੂਗੀ, ਕੋਈ ਮੈਨੂੰ ਮਾਂ ਦੀ ਗੱਲ ਕੱਢੂਗਾ ਵੀ ਮੇਰੇ ਮੰਮੀ ਗੱਲ ਨੂੰ ਕੋਰਟ 'ਚ ਚਲ ਜਾਣ ਵੀ ਮੈਨੂੰ ਗਾਲ ਕੱਢਤੀ। ਦੇਖੋ ਕਿੱਡਾ ਮਤਲਬ ਨਹੀਂ, ਤੁਸੀਂ ਜੇ ਆਪਾਂ ਮੰਨ ਲਈਏ ਕਿ ਰਾਜਾ ਫਲੋਰਾ ਦੇ ਵੱਲੋਂ ਸ਼ਿਕਾਇਤ ਇਹ ਦਰਜ ਕਰਵਾਈ ਗਈ ਹੈ, ਰਾਜਾ ਫਲੋਰਾ ਦੀ ਪਤਨੀ ਵੱਲੋਂ ਪਤਨੀ ਦੇ ਵੱਲੋਂ, ਔਰ ਇਹਦਾ ਕਾਰਨ ਕੀ ਹੈ, ਰਾਜਾ ਫਲੋਰਾ 307 ਦਾ ਮੁਜਰਿਮ ਹੈ, ਜਿਹੜਾ ਇਲੈਕਸ਼ਨ 'ਚ ਸਿਮਰਜੀਤ ਬੈਂਸ ਫਾਇਰਿੰਗ ਕਰਦਾ, ਸਾਰੇ ਗੱਡੀਆਂ ਦੀ ਭੰਨਤੋੜ ਹੁੰਦੀ ਹੈ, ਉਸ ਗੱਲ ਤੋਂ ਤਾਂ ਨਹੀਂ ਕੋਈ ਮੁੱਕਰ ਸਕਦਾ ਨਾ। ਤੁਸੀਂ ਨਿਊਜ਼ ਚੈਨਲ ਵਾਲਿਆਂ ਨੇ ਬੈਂਸ ਦੇ ਹੱਥ 'ਚ ਰਿਵਾਲਵਰ ਦੇਖੀ, ਗੋਲੀਆਂ ਚੱਲ ਰਹੀਆਂ, ਬੈਂਸ ਜੇਲ੍ਹ 'ਚ, ਔਰ 307 ਵਾਲੇ ਮੇਰੇ ਮੁਕੱਦਮੇ 'ਚ ਹੱਲੇ ਤੱਕ ਅਰੈਸਟ ਨਹੀਂ ਪਾਈ ਪੁਲਿਸ। ਕੀ ਇੰਨੀ ਕਮਜ਼ੋਰ ਹੋ ਗਈ ਹੈ ਪੁਲਿਸ ਆਪਣੀ ਪੰਜਾਬ ਦੀ? ਇਹ ਤਾਂ ਉਹ ਪੰਜਾਬ ਦੀ ਪੁਲਿਸ ਸੀ ਕਿ ਇੱਕ ਨੰਬਰ ਤੇ ਆਂਦੀ ਸੀਗੀ, ਔਰ ਦੇਸ਼ਾਂ ਵਿਦੇਸ਼ਾਂ 'ਚ ਗੱਲਾਂ ਹੁੰਦੀਆਂ ਸੀ ਵੀ ਪੰਜਾਬ ਪੁਲਿਸ ਦਾ। ਅੱਜ ਤੁਸੀਂ ਦੇਖੋ ਇੰਨੀ ਕਮਜ਼ੋਰ ਹੋ ਗਈ, ਬੰਦਾ ਜੇਲ੍ਹ 'ਚ ਬੈਠਾ ਉੱਤੇ 307 'ਚ ਅਰੈਸਟ ਨਹੀਂ ਪਾ ਰਹੇ, ਕਾਦੇ ਵਾਸਤੇ? ਸ਼ਰੇਆਮ ਗੱਡੀਆਂ ਦੀ ਭੰਨਤੋੜ ਹੋਈ ਹੈ, ਸ਼ਰੇਆਮ ਉੱਥੇ ਗੁੰਡਾਗਰਦੀ ਹੋਈ ਹੈ, ਸ਼ਰੇਆਮ ਗੋਲੀਆਂ ਚੱਲੀਆਂ। ਰਾਜਾ ਫਲੋਰਾ ਮੁੱਖ ਮੁਜਰਿਮ ਹੈ, ਔਰ ਇਸ ਕੇਸ ਦੀ ਮੈਂ ਇਨਵੈਸਟੀਗੇਸ਼ਨ ਇੱਕ ਕਾਪੀ ਲਾਈ ਇਹਨਾਂ ਨੇ। ਦੇਖੋ ਸਭ ਤੋਂ ਵੱਡੀ ਤੁਸੀਂ ਗੱਲ ਦੇਖੋ, ਜਿਹੜਾ ਦਰਖਾਸਤ ਕਰਤਾ ਉਹ ਕਹਿ ਰਿਹਾ ਵੀ ਉਹ ਮਿਤੀ 5/4/2021 ਨੂੰ ਇੱਕ ਦਰਖਾਸਤ ਦਿੰਦੇ ਆ, ਕਹਿੰਦੇ ਅਸੀਂ ਗੁਰਵਿੰਦਰ ਪ੍ਰਿੰਕਲ ਤੇ 354 ਤੇ 500 ਦੀ ਇਸ ਧਾਰਾ ਦੇ ਮੁਕੱਦਮੇ ਦੀ ਮੰਗ ਕਰਦੇ ਆ। ਠੀਕ ਹੈ ਜੀ। ਹੁਣ ਮੰਗਿਆ ਤਾਂ ਉਹਨਾਂ ਨੇ 354 5 ਅਪ੍ਰੈਲ 2021 ਨੂੰ ਮੰਗੀ ਤਾਂ ਉਹਨਾਂ ਨੇ 354 ਏ ਤੇ 500 ਦੇ ਦਿੱਤੀ ਉਹਨਾਂ ਨੂੰ। IT ਐਕਟ 67 ਏ ਪਲੱਸ 500 ਨੂੰ। ਹੁਣ ਰਾਓ ਸਾਹਿਬ ਮੈਂ ਮਾਨਯੋਗ ਕਮਿਸ਼ਨਰ ਸਾਹਿਬ ਕੋਲ ਜਾਵਾਂ ਵੀ ਮੇਰੀ ਜਾਨ ਨੂੰ ਖਤਰਾ, ਮੈਨੂੰ ਰਿਵਾਲਵਰ ਦਾ ਲਾਇਸੈਂਸ ਦਿਓ, ਚੱਕ ਕੇ ਮੈਨੂੰ 47 ਦਾ ਲਾਇਸੈਂਸ ਦੇ ਦੇਣ। ਮੈਂ ਤਾਂ ਮੰਗਿਆ ਨਹੀਂ, ਮੰਗਣ ਵਾਲੇ ਨੇ ਤਾਂ ਮੰਗੀ ਨਹੀਂ ਧਾਰਾ, ਉਹਨਾਂ ਨੇ ਤਾਂ ਬੇਲੇਬਲ ਧਾਰਾ ਮੰਗੀ ਹੈ। ਨੌਨ ਬੇਲੇਬਲ ਕਿਉਂ ਲਗਾਈ ਗਈ ਹੈ? ਬੜੀ ਗੰਦੀ ਰਾਜਨੀਤੀ ਹੁੰਦੀ ਪਈ ਹੈ। ਮੈਂ ਦੇਖੋ ਮੈਂ ਆਪਣੇ BJP ਦੇ ਜਿਹੜੇ ਸੀਨੀਅਰ ਲੀਡਰ ਆ ਉਹਨਾਂ ਨੂੰ ਵੀ ਜਾਣੂ ਕਰਵਾਇਆ, ਮੈਂ ਪ੍ਰਧਾਨ ਮੰਤਰੀ ਤੱਕ ਚਿੱਠੀ ਪਾਈ ਹੈ, ਔਰ FIR ਦੇ ਹਰ ਇੱਕ ਪੁਆਇੰਟ ਨੂੰ ਅੰਡਰਲਾਈਨ ਕਰਕੇ ਹਰ ਇੱਕ ਜਗ੍ਹਾ ਦੇਖੋ ਮੇਰੀ ਜਾਨ ਨੂੰ ਖਤਰਾ। ਇਹ ਗੱਲ ACP ਗੁਰਦੇਵ ਸਿੰਘ ਜੀ ਇੱਕ ਐਫੀਡੇਵਿਟ ਦੇ ਵਿੱਚ 19/7 ਨੂੰ ਖੁਦ ਮੰਨ ਕੇ ਕੋਰਟ 'ਚ ਦੱਸ ਕੇ ਆਏ ਨੇ ਵੀ ਅਸੀਂ ਐਫੀਡੇਵਿਟ ਦੇ ਰਹੇ ਹਾਂ ਤੁਹਾਨੂੰ ਵੀ ਅਸੀਂ ਪ੍ਰਿੰਕਲ ਨਾਲ ਸਿਕਿਉਰਿਟੀ ਲਾਈ ਹੋਈ ਹੈ, ਵੀ ਇਹਦੀ ਜਾਨ ਨੂੰ ਵਾਕਈ ਖਤਰਾ। ਔਰ ਉਸ ਤੋਂ 10 ਦਿਨ ਬਾਅਦ 15 ਦਿਨ ਬਾਅਦ 4 ਤਰੀਕ ਨੂੰ ਪਰਚਾ ਦਰਜ ਕਰ ਰਹੇ ਆ। ਯਾਰ ਕੋਈ ਇਨਸਾਨੀਅਤ ਹੀ ਮਰ ਗਈ। ਜੇ ਮੈਂ BJP 'ਚ ਚਲਾ ਗਿਆ ਜਾਂ ਮੈਂ ਸੋਸ਼ਲ ਵਰਕਿੰਗ ਕਰਨ ਲਾ, ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਦਾ, ਜੇ ਮੈਂ BJP 'ਚ ਚਲਾ ਗਿਆ ਇਟ ਮੀਨ ਮੈਂ ਕਿਸੇ ਮਾਂ ਦਾ ਪੁੱਤ ਨਹੀਂ ਆ ਕਿ ਮੇਰੇ ਘਰੇ ਮੇਰੀ ਮਾਂ ਹੈ ਨਹੀਂ? ਫਿਰ ਤੁਸੀਂ ਕਹਿੰਦੇ ਹੋ ਵੀ ਪੰਜਾਬ ਦੇ ਮੁੰਡੇ ਕਿਹੜੇ ਰਾਹ ਤੇ ਜਾ ਰਹੇ? ਤੁਸੀਂ ਮੈਨੂੰ ਧੱਕੇ ਨਾਲ ਮੇਰੇ ਤੇ ਪਰਚਾ ਮੇਰੇ ਤੇ ਕੋਈ ਕੇਸ ਨਹੀਂ ਹੈ, ਝੂਠੇ ਜ਼ਰੂਰ ਹੈ ਜਿਹੜੇ ਕੈਂਸਲ ਹੋਏ ਨੇ। ਫਿਰ ਜੇ ਪਰਚੇ ਨੂੰ ਤੁਸੀਂ ਝੂਠਾ ਕਹਿ ਰਹੇ ਹੋ ਪ੍ਰਿੰਕਲ, ਜੇ ਪਰਚੇ ਨੂੰ ਤੁਸੀਂ ਝੂਠਾ ਕਹਿ ਰਹੇ ਹੋ 509 ਵਾਲੇ ਨੂੰ ਤੇ IT ਐਕਟ ਵਾਲੇ ਨੂੰ, ਫਿਰ ਤੁਹਾਨੂੰ ਕੋਰਟ ਤੋਂ ਜ਼ਮਾਨਤ ਕਿਉਂ ਨਹੀਂ ਮਿਲਦੀ? ਮੈਂ ਦੱਸਦਾ ਜੀ, ਉੱਥੇ ਜਾ ਕੇ ਕਹਿੰਦੇ ਜੀ ਅਸੀਂ ਡਿਵਾਈਸ ਰਿਕਵਰ ਕਰਨੀ ਹੈ। ਤੁਸੀਂ ਦੇਖੋ ਕਿੱਡੀ ਗਲਤ ਗੱਲ ਹੈ। ਇੱਕ ਬੰਦਾ ਇਨਵੈਸਟੀਗੇਸ਼ਨ ਜੁਆਇਨ ਕਰ ਰਿਹਾ, ਠੀਕ ਹੈ, ਤੁਸੀਂ ਡਿਵਾਈਸ ਰਿਕਵਰ ਕਰਨੀ ਹੈ। ਤੁਸੀਂ ਹੋਰ ਸੁਣੋ ਗੱਲ, ਕੱਲ ਮੇਰੇ ਫਾਦਰ ਸਾਹਿਬ ਮੇਰਾ ਫੋਨ ਜਿਹੜਾ ਨੰਬਰ ਇਹਨਾਂ ਨੇ FIR 'ਚ ਵੈਰੀਫਾਈ ਕੀਤਾ 9646300088, ਉਹ ਫੋਨ, ਉਹ WhatsApp, ਉਹ Facebook ਲੈ ਕੇ ਮੇਰੇ ਡੈਡੀ 2 ਘੰਟੇ ਥਾਣੇ ਖੜੇ ਰਹੇ SHO ਸਾਹਿਬ ਕੋਲ ਵੀ ਮੁੰਡੇ ਦਾ ਫੋਨ ਲੈ ਲਓ ਤੇ ਸਾਨੂੰ ਜਿਮਨੀ ਪੇਪਰ ਦੇ ਦਿਓ। SHO ਸਾਹਿਬ ਕਹਿੰਦੇ ਵੀ ਅਸੀਂ ਨਹੀਂ ਲੈ ਸਕਦੇ। ਕਿਉਂ? ਕਿਉਂਕਿ ਉਹ ਚਾਹੁੰਦੇ ਆ ਵੀ ਇਹਦੀ ਬੇਲ ਰਿਜੈਕਟ ਹੋਵੇ ਤੇ ਅਸੀਂ ਇਹਦਾ ਕੋਈ ਰਿਕਵਰ। ਜੱਜ ਸਾਹਿਬ ਮਾਨਯੋਗ ਅਦਾਲਤ ਉਹ ਕਹਿ ਰਹੇ ਆ ਵੀ ਬੰਦੇ ਤੋਂ ਫੋਨ ਰਿਕਵਰ ਕਰੋ। ਹੁਣ ਤੁਸੀਂ ਅੱਗੇ ਕਿਤੇ ਹਾਇਰ ਕੋਰਟ 'ਚ ਪਾਈ ਆ ਬੇਲ? ਮੈਂ ਹੁਣ ਹਾਈ ਕੋਰਟ 'ਚ ਪਾਈ ਹੈ, ਔਰ ਸਾਰੀਆਂ ਜੋ ਕਾਪੀਆਂ ਵਗੈਰਾ ਨਾਲ ਲਾਈਆਂ ਵੀ ਮੇਰੇ ਤੇ ਕੀ ਪ੍ਰੋਬਲਮ ਆਈ, ਕਿਉਂਕਿ ਸੈਸ਼ਨ ਕੋਰਟ 'ਚ ਤਾਂ ਇੰਨੀ ਆਪਾਂ ਵਿਸਥਾਰ ਨਾਲ ਗੱਲਾਂ ਦਸੀਆਂ ਹੀ ਨਹੀਂ ਸੀਗੀਆਂ। ਸਾਨੂੰ ਤਾਂ ਸੀਗਾ ਵੀ ਚਲ ਛੋਟਾ ਜਿਹਾ ਮੁਕੱਦਮਾ, ਇਹਨਾਂ ਨੇ ਪੋਲੀਟੀਕਲ ਵੈਂਡੇਟਾ। ਚਲੋ ਮੈਂ ਮਾਨਯੋਗ ਅਦਾਲਤਾਂ ਦੀ ਕੋਈ ਟਿੱਪਣੀ ਨਹੀਂ ਕਰਦਾ, ਠੀਕ ਆ, ਸਰਵਉੱਚ ਨੇ ਮੇਰੇ ਕੋਲ ਹੋਰ ਆਪਣਾ ਸੀਗਾ, ਮੈਂ ਅੱਗੇ ਹਾਈ ਕੋਰਟ ਦਾ ਰੁੱਖ ਕੀਤਾ। ਮੈਨੂੰ ਪੂਰਾ ਭਰੋਸਾ ਕਿ ਮੈਨੂੰ ਬੇਲ ਮਿਲੇਗੀ। ਮੈਂ ਪੁਲਿਸ ਦੀ ਕਾਰਵਾਈ ਤੇ ਗੱਲ ਕਰਦਾ। ਪੁਲਿਸ ਤੇ ਫਿਰ ਸਵਾਲ ਪ੍ਰਿੰਕਲ ਕਿਵੇਂ ਉਠਾ ਰਹੇ ਹੋ ਤੁਸੀਂ? ਹੁਣ ਤੱਕ ਕਾਂਗਰਸ ਦੀ ਵੀ ਸਰਕਾਰ ਨਹੀਂ ਹੈਗੀ, ਪਾਰਟੀ ਬਦਲ ਗਈ ਹੈ। ਬਿਲਕੁਲ ਇਹੀ ਤਾਂ ਸੋਚਦਾ ਪਿਆ ਕਿ ਮੇਰੇ ਕੋਲ ਕੀ ਕਸੂਰ ਹੋ ਗਿਆ ਕਿ ਮੈਂ BJP 'ਚ ਚਲਾ ਗਿਆ ਤਾਂ ਤੁਸੀਂ ਇੱਕ ਬੰਦ ਪਈ ਫਾਈਲ ਕੱਢ ਕੇ ਮੈਨੂੰ ਬਿਨਾਂ ਦੱਸੇ ਪਰਚਾ 4 ਤਰੀਕ ਨੂੰ ਦੇਤਾ। 5 ਤਰੀਕ ਨੂੰ ਮੈਨੂੰ SHO ਸਾਹਿਬ ਦੇ ਰੀਡਰ ਸਾਹਿਬ ਫੋਨ ਕਰਦੇ ਨੇ। ਇਲਜ਼ਾਮ ਇਹ ਤੁਸੀਂ ਇਹਦੇ ਪਿੱਛੇ ਮੰਨਦੇ ਕਿਹਨੂੰ ਹੋ ਤੁਸੀਂ? ਭਾਜੀ FIR ਦੇ ਵਿੱਚ ਲਿਖਿਆ ਹੋਇਆ ਵੀ ਸਿਮਰਜੀਤ ਬੈਂਸ ਦੇ ਕਰਕੇ ਇਹਨੇ ਸਾਨੂੰ ਗਾਲਾਂ ਕੱਢੀਆਂ, ਵਿੱਚ ਨਾਮ ਇੰਨਾ ਵੱਡਾ ਉਹਨੇ ਲਿਖਿਆ ਹੋਇਆ। ਇਹ ਬਈ ਸੋਸ਼ਲ ਮੀਡੀਆ ਤੇ ਸਿਮਰਜੀਤ ਬੈਂਸ ਤੇ ਕਮਲਜੀਤ ਕੜਵਲ ਦੀ ਲੜਾਈ ਸੀ, ਪ੍ਰਿੰਕਲ ਨੇ ਮੈਨੂੰ ਗਾਲਾਂ ਕੱਢੀਆਂ ਜਿੰਦੇ ਨਾਲ ਮੇਰੀ ਵਾਈਫ ਦੇ ਤੇ ਮੇਰੇ ਬੱਚਿਆਂ ਨੂੰ ਗਾਲਾਂ ਲੱਗੀਆਂ ਜੀ, ਤੁਸੀਂ ਇਹਦੇ ਤੇ ਪਰਚਾ ਬਣਦਾ।
ਨਹੀਂ, ਤੁਸੀਂ ਕਹਿ ਰਹੇ ਹੋ ਵੀ ਸਿਮਰਜੀਤ ਬੈਂਸ ਦੇ ਕਹੇ ਤੇ ਪੁਲਿਸ ਨੇ ਪਰਚਾ ਦਰਜ ਕਰਿਆ ਤੁਹਾਡੇ ਤੇ ਇਹ? ਮੈਨੂੰ ਨਹੀਂ ਪਤਾ ਵੀ ਕੌਣ ਆਮ ਆਦਮੀ ਪਾਰਟੀ ਦਾ ਬੰਦਾ ਉਹਦੀ ਮਦਦ ਕਰ ਰਿਹਾ ਹੈ ਕਿ ਮੇਰੇ ਘਰੇ, ਮੈਂ ਘਰੇ ਸੁੱਤਾ ਪਿਆ ਵਾਂ 4 ਤਰੀਕ ਨੂੰ ਮੇਰੇ ਤੇ ਪਰਚਾ ਬੰਦ ਪਈ, ਦਾਖਲ ਦਫ਼ਤਰ ਹੋਈ ਫਾਈਲ ਨੂੰ ਇੱਕੋ ਦਮ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਮੋਹਰ ਲਾ ਕੇ ਥਾਣੇ ਭੇਜਦੇ ਨੇ ਵੀ ਰਜਿਸਟਰ ਦਾ ਕੇਸ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਸੀਪੀ ਸਾਹਿਬ ਵੀ ਤੁਹਾਡੇ ਵੀ ਬੱਚੇ ਨੇ, ਮੈਂ ਵੀ ਕਿਸੇ ਦਾ ਪੋਤਾ, ਤੁਸੀਂ ਮੇਰੇ ਘਰੇ ਪਏ ਤੇ ਤੁਸੀਂ ਮੇਰੇ ਤੇ ਚੱਕ ਕੇ ਪਰਚਾ ਦੇਤਾ। ਮੈਂ ਕਹਿੰਦਾ ਮੈਨੂੰ ਕੋਈ ਡਰ ਨਹੀਂ ਜੀ, ਮੇਰੇ ਤੇ ਅੱਗੇ ਵੀ ਪਰਚੇ ਕੈਂਸਲ ਹੋਏ ਆ, ਮੈਂ ਸਾਰਾ ਕੁਝ ਆਪਣੇ ਜਿਸਮ ਤੇ ਹੰਡਾਇਆ। ਕਿਉਂਕਿ ਮੈਂ ਸਿਮਰਜੀਤ ਦੇ ਖਿਲਾਫ, ਬੈਂਸ ਦੇ ਖਿਲਾਫ ਆਵਾਜ਼ ਚੱਕੀ ਸੀ, ਮੈਨੂੰ ਬੜਾ ਕੁਝ ਭੁਗਤਣਾ ਪਿਆ ਹੁਣ ਤੱਕ, ਮੈਨੂੰ ਕੋਈ ਡਰ ਨਹੀਂ ਹੈ। ਮੈਂ, ਤੁਸੀਂ ਰਾਓ ਸਾਹਿਬ ਯਕੀਨ ਕਰਿਓ, ਮੈਂ ਕੋਰਟ ਦੀ ਇੱਕ ਵੀ ਤਰੀਕ ਭੁਗਤਣ ਨਹੀਂ ਜਾਂਦਾ। ਮੈਂ ਲੁਧਿਆਣੇ ਰਹਿੰਦਾ, ਮੈਂ ਇੱਕ ਵੀ ਤਰੀਕ ਕਿੱਥੇ ਨਹੀਂ ਭੁਗਤਣ ਜਾਂਦਾ। ਕਿਉਂ? ਮੇਰੇ ਸਾਰੇ ਪਰਚੇ ਕੈਂਸਲ ਹੋਏ ਆ। ਇਹ ਪਰਚਾ ਜਾਣ ਕੇ, ਹੁਣ ਦੇਖੋ ਪੰਜਾਬ 'ਚ ਮੇਰੇ ਤੇ ਪਹਿਲਾ ਪਰਚਾ ਹੋਇਆ, ਕਾਂਗਰਸ ਦੀ ਸਰਕਾਰ 'ਚ ਇਹ ਪਰਚੇ, ਉਹਨਾਂ ਨੇ ਮੇਰੇ ਤੇ ਪਰਚਾ ਨਹੀਂ ਕੀਤਾ। ਇੱਕ ਗੱਲ ਮੰਨਣੀ ਪਊਗੀ, ਉਦੋਂ ਤਾਂ ਤੁਹਾਡੀ ਸਰਕਾਰ ਸੀ, ਉਹਨਾਂ ਨੂੰ ਪਤਾ ਸੀ ਵੀ ਤੁਸੀਂ ਖੁਦ ਕਾਂਗਰਸ 'ਚ ਭਾਜੀ ਸੀ। ਮੇਰੀ ਗੱਲ ਸੁਣੋ, ਜੇ ਸਰਕਾਰ ਸੀ ਤਾਂ ਇਹਦਾ ਮਤਲਬ ਅਸੀਂ 2 ਨੰਬਰ ਦੇ ਕੰਮ ਕਰਨ ਲੱਗ ਜਾਈਏ। ਮੈਂ ਤੁਹਾਨੂੰ ਗੱਲ ਕਰਦਾ, ਪਰ ਇੱਕ ਗੱਲ ਹੈਗੀ ਏ ਇੱਥੇ, ਇੱਕ ਗੱਲ ਵਿਚਾਰ ਅਧੀਨ ਹੈ ਵੀ 28/1 ਨੂੰ, ਉਦੋਂ ਤਾਂ ਕਾਂਗਰਸ ਦੀ ਸਰਕਾਰ ਸੀ ਨਾ, ਇਹਦੀ ਰਿਪੋਰਟ 28/1 ਨੂੰ ਬਣੀ ਹੈ। ਅੰਦੇ ਵਿੱਚੋਂ ਅੱਧੇ ਪੇਪਰ ਗਾਇਬ ਨੇ। ਜਦੋਂ 28/1 ਨੂੰ ਇਹਦੀ ਰਿਪੋਰਟ ਬਣਾਈ ਨਾ ਡੀਏ ਲੀਗਲ ਸਾਹਿਬ ਨੇ, ਮੈਂ ਇਹਦੀ ਰੀ ਇਨਕੁਆਰੀ ਲਾਈ ਔਰ ਇਹ ਇਨਕੁਆਰੀ ਇਹ ਕਿਸੇ ADCP ਸਾਹਿਬ ਨੂੰ ਮਾਰਕ ਹੋਈ ਸੀ, ਉੱਥੇ ਮੈਂ ਸਟੇਟਮੈਂਟ ਦਿੱਤੀ, ਇਹ ਫਾਈਲ ਬੰਦ ਹੋ ਗਈ ਸੀ। ਦੇਖੋ ਸਿਮਰਜੀਤ ਬੈਂਸ ਜੇਲ੍ਹ ਜਾਣ ਤੋਂ ਬਾਅਦ ਇਹ ਫਾਈਲ, ਜਦੋਂ ਪਰਮਜੀਤ ਕੌਰ ਰੇਪ ਦੀ ਕੰਪਲੇਂਟ 27/7 ਨੂੰ ਦੇ ਕੇ ਆਉਂਦੀ ਹੈ, ਵਿਦਿਨ 7-8 ਡੇਜ਼, 7-8 ਦਿਨ ਦੇ ਵਿੱਚ ਇਹ ਪਰਚਾ ਖੰਗਾਲਿਆ ਜਾਂਦਾ ਵੀ ਕਿਹੜੀ ਕੋਈ ਹੈ ਨਾ, ਫਿਰ ਇਹਨੂੰ ਲੱਭ ਕੇ ਰਿਕਾਰਡ ਚੋਂ ਲਿਆਇਆ ਜਾਂਦਾ, ਫਿਰ ਰਜਿਸਟਰ ਕੀਤਾ ਜਾਂਦਾ। ਤੁਸੀਂ ਕੰਪਲੇਂਟ ਦਾ ਦੇਖੋ, 18-19 ਮਹੀਨੇ ਪੁਰਾਣੀ ਕੰਪਲੇਂਟ ਨੂੰ ਲੱਭ ਕੇ ਤੁਸੀਂ, ਔਰ ਜ਼ਿੰਦਗੀ 'ਚ ਮੈਂ ਆਪਣੀ ਕੋਈ ਐਸੀ FIR ਨਹੀਂ ਦੇਖੀ ਜਿੰਦੇ ਵਿੱਚ ਡੇਟ ਔਰ ਟਾਈਮ ਹੀ ਨਾ ਮੈਂਸ਼ਨ ਹੋਵੇ। FIR ਦੇ ਡੇਟ ਔਰ ਟਾਈਮ ਵਾਲੇ ਕਾਲਮ ਖਾਲੀ ਨੇ। ਤੁਸੀਂ ਦੱਸੋ ਬਈ, ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ, ਕੀ ਤੁਸੀਂ ਕੀ ਚਾਹੁੰਦੇ ਹੋ ਕਿ ਮੇਰੇ ਜੇਲ੍ਹ ਜਾਣ ਨਾਲ ਕੀ ਤੁਹਾਡੇ ਜਾਂ ਸਿਮਰਜੀਤ ਬੈਂਸ ਦੇ ਜਾਂ ਜੋ ਵੀ ਉਹਦੀ ਮਦਦ ਕਰ ਰਿਹਾ, ਕੀ ਤੁਹਾਡੇ ਠੰਡ ਪੈ ਜਾਊਗੀ? ਇਹ ਚਾਹੁੰਦੇ ਹੋ ਤੁਸੀਂ ਵੀ ਯੂਥ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ? ਤੁਹਾਡੀ ਬੇਲ ਰਿਜੈਕਟ ਹੋਣ ਤੋਂ ਬਾਅਦ ਕੀ ਹੁਣ ਪੁਲਿਸ ਤੁਹਾਨੂੰ ਲੱਭ ਰਹੀ ਹੈ ਕਿ ਤੁਸੀਂ ਫਰਾਰ ਚੱਲ ਰਹੇ ਹੋ? ਬਿਲਕੁਲ ਨਹੀਂ ਫਰਾਰ ਚੱਲ ਰਿਹਾ, ਮੈਂ ਪੰਜਾਬ 'ਚ ਬੈਠਾ, ਇੱਥੇ ਹੀ ਤੁਹਾਡੇ ਪੰਜਾਬ 'ਚ ਹੀ ਇੰਟਰਵਿਊ ਕਰ ਰਿਹਾ, ਮੈਂ ਕਿੱਥੇ ਨਹੀਂ ਗਿਆ ਕਿਉਂਕਿ ਮੇਰੀ ਜਾਨ ਨੂੰ ਖਤਰਾ। ਮੈਂ ਪੰਜਾਬ ਛੱਡ ਕੇ ਜਾਵਾਂ, ਮੈਂ ਇੱਕ ਨਹੀਂ, ਪੁਲਿਸ ਤਾਂ ਤੁਹਾਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਨਾ। ਪੁਲਿਸ ਕਿਉਂ ਜੇ ਤੁਸੀਂ ਪੁਲਿਸ ਦੇ ਸਾਹਮਣੇ ਆ ਜਾਓ ਤਾਂ ਗ੍ਰਿਫਤਾਰ ਕਰੇਗੀ। ਮੈਂ ਤੁਹਾਡੀ ਗੱਲ ਨਾਲ ਲੱਗ ਰਹੀ ਹਾਂ, ਪਰ ਮੈਂ ਇੱਕ ਝੂਠੇ ਪਰਚੇ ਤੋਂ ਡਰਨ ਵਾਲਾ ਨਹੀਂ। ਪੁਲਿਸ ਮੈਨੂੰ ਗ੍ਰਿਫਤਾਰ ਕਰਕੇ ਮੁੜ ਕੇ ਕੋਰਟ 'ਚ ਵੀ ਜਵਾਬ ਦੇਣਾ, ਉਹਨਾਂ ਨੇ ਮੁੜ ਕੇ ਹਾਈ ਕੋਰਟ ਵੀ ਜਵਾਬ ਦੇਣਾ। ਮੈਂ ਗੱਲ ਕਰਦਾ, ਮੈਂ ਭਗਵੰਤ ਮਾਨ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਕਿੱਧਰ ਨੂੰ ਤੁਰ ਗਿਆ ਤੁਹਾਡਾ ਪੰਜਾਬ? ਤੁਸੀਂ ਤਾਂ ਕਹਿੰਦੇ ਸੀ ਵੀ ਅਸੀਂ ਇਹਨੂੰ ਸੋਨੇ ਦੀ ਚਿੜੀ ਬਣਾਵਾਂਗੇ। ਇਹ ਸੋਨੇ ਦੀ ਚਿੜੀ ਹੈ ਵੀ ਤੁਸੀਂ, ਕਿ ਮੈਂ BJP 'ਚ ਚਲਾ ਗਿਆ, ਕਿ ਮੇਰਾ ਖੂਨ ਬਦਲ ਗਿਆ, ਕਿ ਮੇਰੇ 'ਚ BJP ਨੇ ਕੋਈ ਹੋਰ ਖੂਨ ਪਾਤਾ? ਮੇਰੇ 'ਚ ਉਹੀ ਖੂਨ ਹੈ ਜਿਹੜਾ ਭਗਵੰਤ ਮਾਨ ਸਾਹਿਬ 'ਚ, ਜਿਹੜੇ ਹਰ ਇੱਕ ਪੰਜਾਬੀ 'ਚ ਉਹੀ ਹੈ ਅਸੀਂ, ਹੈ ਨਾ। ਕਿ ਕਿਉਂ ਮੇਰੀ ਮਾਂ ਦੇ ਸੀਨੇ 'ਚ ਦਿਲ ਨਹੀਂ ਹੈ? ਕਿ ਭਗਵੰਤ ਮਾਨ ਸਾਹਿਬ ਸਿਰਫ ਤੁਹਾਡੀ ਮਾਂ ਦੇ ਸੀਨੇ 'ਚ ਦਿਲ ਹੈ? ਸਿਰਫ ਤੁਹਾਡੀ ਮਾਂ ਹੀ ਸਾਰੇ ਸੁਪਨੇ ਸਜਾ ਸਕਦੀ ਹੈ ਕਿ ਮੇਰੀ ਮਾਂ ਦੇ ਸੀਨੇ 'ਚ ਦਿਲ ਨਹੀਂ ਹੈ? ਤੁਸੀਂ ਝੂਠੇ ਪਰਚੇ ਦਿੱਤੇ ਮੇਰੇ ਤੇ, ਕੋਈ ਗੱਲ ਹੈਗੀ ਹੈ? ਦੱਸੋ ਕਿ ਮੈਂ BJP 'ਚ ਚਲਾ ਗਿਆ, ਮੈਂ ਕੋਈ ਗੁਨਾਹ ਕਰਤਾ? ਮੈਂ ਪਰਮਜੀਤ ਕੌਰ ਦੇ ਰੇਪ ਕੇਸ 'ਚ ਗਵਾਹੀ ਦੇਤੀ, ਮੈਂ ਗੁਨਾਹ ਕਰਤਾ? ਜੇ ਸਿਮਰਜੀਤ ਬੈਂਸ ਇੰਨਾ ਸੱਚਾ ਸੀ, ਪਹਿਲੇ ਪੇਸ਼ ਹੋ ਜਾਂਦਾ, ਕਿਉਂ PO ਹੋਇਆ ਰਿਹਾ, ਕਿਉਂ ਭੱਜਿਆ ਰਿਹਾ? ਮੈਂ ਕੀ ਗਲਤੀ ਕਰ ਲਈ? ਦੇਖੋ ਮੈਂ ਸੱਚੀ ਨਹੀਂ ਉਮੀਦ ਕਰਦਾ ਸੀ ਆਮ ਆਦਮੀ ਪਾਰਟੀ ਤੋਂ। ਮੈਂ ਇਹ ਹੈਰਾਨ ਆ ਵੀ ਕਿੱਡੀ ਕੋੜੀ ਸਿਆਸਤ ਹੋਈ ਹੈ, ਕਿੰਨੀ ਤਕੜੀ ਗੇਮ ਪਲਾਨ ਹੋਈ ਹੈ। ਔਰ ਅੱਗੇ ਦੇਖੋ ਇਨਕੁਆਰੀ ਲਗਾ ਰਹੇ ਨੇ। ਤੁਹਾਨੂੰ ਲੱਗਦਾ ਕਿ ਇਹ ਕਿਸੇ ਸਰਕਾਰ ਦੇ ਮੰਤਰੀ ਦਾ, ਕਿਸੇ ਵਿਧਾਇਕ ਦਾ ਹੱਥ ਹੈ ਇਹਦੇ ਵਿੱਚ? ਬਿਲਕੁਲ। ਇਹ 'ਚ ਦੇਖੋ, ਮੈਂ ਵਿਧਾਇਕ ਦਾ ਨਹੀਂ ਕਹਿੰਦਾ, ਲੁਧਿਆਣੇ ਦੇ 6 ਵਿਧਾਇਕ ਨੇ, ਮੈਂ ਮੰਨਦਾ ਹੀ ਨਹੀਂ ਕਿਸੇ ਦਾ ਹੱਥ ਹੋਏਗਾ। ਕਿਉਂਕਿ ਸਿਮਰਜੀਤ ਬੈਂਸ ਐਡਾ ਕੁ ਘਟੀਆ ਬੰਦਾ ਹੈ ਨਾ ਵੀ ਉਹਨਾਂ, ਜਿਹੜੇ ਤਾਂ ਲੁਧਿਆਣੇ ਰਹਿੰਦੇ ਆ, ਉਹਨਾਂ ਨੂੰ ਤਾਂ ਉਹਦੀ ਰਗ ਪਤਾ ਬਈ ਇਹ ਉਹ ਸੱਪ ਹੈ ਜਿਹੜਾ ਇਹਨੂੰ ਦੁੱਧ ਪਿਲਾਊਗਾ, ਇਹਨੇ ਉਹਨੂੰ ਡੰਗਣਾ, ਨਹੀਂ ਤਾਂ ਇੱਕ ਘਰ ਤਾਂ ਕਹਿੰਦੇ ਡੈਨ ਵੀ ਛੱਡ ਦਿੰਦੀ ਹੈ। ਔਰ ਜਿਹੜਾ ਬੰਦਾ ਉਹਦੀ ਮਦਦ ਕਰ ਰਿਹਾ, ਮੈਂ ਡੈਡ ਸ਼ੋਰ ਕਹਿਣਾ ਬਈ ਆਉਣ ਵਾਲੇ ਟਾਈਮ 'ਚ ਬੈਂਸ ਨੇ ਉਹਨੂੰ ਵੀ ਡੰਗ ਮਾਰਨਾ ਹੀ ਮਾਰਨਾ। ਉਹਦੀ ਫਿਤਰਤ ਰਹੀ ਹੈ। ਤੁਸੀਂ ਇਤਿਹਾਸ ਖੋਲੋ, ਸਿਮਰਜੀਤ ਮਾਨ ਦੀ ਪੱਗ ਇਹਨਾਂ ਨੇ ਲਾਈ ਸੀ ਬੈਂਸਾਂ ਨੇ, ਮਾਨ ਦਲ, ਅਕਾਲੀ ਦਲ, ਕੀ ਕਾਂਗਰਸ ਨਾਲ ਗੱਠਜੋੜ, ਕੀ BJP ਨਾਲ ਮੀਟਿੰਗਾਂ, ਤੁਹਾਨੂੰ ਕਿਹੜੀ ਗੱਲ ਨਹੀਂ ਪਤਾ? ਮੀਡੀਆ ਨੂੰ ਸਾਰੀ ਗੱਲ ਪਤਾ ਵੀ ਇਹ ਕੀ ਬੰਦਾ। ਮੈਂ ਇਹ ਹੈਰਾਨ ਆ। ਮੈਂ ਭਗਵੰਤ ਮਾਨ ਸਾਹਿਬ ਨੂੰ ਮੁੱਦੇ ਤੇ ਲਿਆਉਂ, ਉਹਨਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਵੀ ਮੇਰਾ ਕਸੂਰ ਕੀ ਹੈ? ਤੁਸੀਂ ਕਾਂਗਰਸ ਸਰਕਾਰ ਦੀ ਬਣੀ ਹੋਈ 19 ਮਹੀਨੇ ਪੁਰਾਣੀ ਰਿਪੋਰਟ, ਦਾਖਲ ਦਫ਼ਤਰ ਹੋਈ ਕੰਪਲੇਂਟ ਨੂੰ ਚੱਕ ਕੇ ਮੇਰੇ ਘਰੇ ਸੁੱਤੇ ਪਏ ਨੇ ਮੇਰੇ ਤੇ ਪਰਚਾ ਦੇਤਾ। ਕੀ ਮੇਰਾ ਕਸੂਰ ਇਹ ਹੈ ਕਿ ਮੈਂ 16 ਜੁਲਾਈ ਨੂੰ 1500 ਮੁੰਡੇ ਦਾ ਇਕੱਠ ਕਰਕੇ BJP ਜੁਆਇਨ ਕੀਤੀ?
ਕੀ ਇਹਦੇ ਨਾਲ ਕੋਈ ਪ੍ਰੋਬਲਮ ਹੋ ਗਈ? ਮੈਂ ਕੋਈ ਤੁਹਾਡੀ ਸਰਕਾਰ ਤਾਂ ਨਹੀਂ ਡੇਗਦੀ ਸੀ ਇੱਕ ਨਿੱਕੇ ਜਿਹੇ ਵਰਕਰ ਨੇ। ਮੈਂ ਤਾਂ ਇੱਕ ਜੇ ਬਲੱਡ ਕੈਂਪ ਲਾਤਾ 500 ਮੁੰਡਾ ਇਕੱਠਾ ਕਰਕੇ, ਜੇ ਉਹ ਮੈਂ ਤਾਂ ਕੋਈ ਭਲਾਈ ਦੇ ਕੰਮ ਹੀ ਕੀਤੇ, ਮੈਂ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ। ਹੁਣ ਮੈਨੂੰ ਇਹ ਦੱਸੋ ਵੀ ਇਹ ਪਰਚਾ ਦਰਜ ਕਰਾ ਕੇ ਉਹ ਕੀ ਚਾਹੁੰਦੇ ਨੇ? ਕਿ ਮੈਂ ਬੈਂਸ ਵਾਲੇ ਰੇਪ ਕੇਸ ਚੋਂ ਗਵਾਹੀ ਹਟਾਵਾਂ, ਕਿ ਇਲੈਕਸ਼ਨ ਦੇ ਵਿੱਚ ਜਿਹੜਾ ਬੈਂਸ ਤੇ 307 ਦਾ ਪਰਚਾ ਦਰਜ ਹੋਇਆ ਕਿ ਉਹ ਕੈਂਸਲ ਕਰਾਉਣਾ ਚਾਹੁੰਦੇ, ਮੇਰੇ ਤੋਂ ਕੁਐਸ਼ ਕਰਾਉਣਾ ਚਾਹੁੰਦੇ ਆ? ਕਿਉਂ? ਇਹਦਾ ਵੀ ਕਾਰਨ ਸੁਣੋ। ਜਿਹੜਾ 8/2/2022 ਨੂੰ ਸ਼ਿਮਲਾਪੁਰੀ ਥਾਣੇ ਮੁਕੱਦਮਾ ਦਰਜ ਹੁੰਦਾ, ਉਹਦੇ ਵਿੱਚ ਜਿਹੜੀ ਲੇਡੀ ਹੁਣ ਮੇਰੇ ਤੇ IT ਐਕਟ ਦਾ ਪਰਚਾ ਕਰਾ ਦੇ, ਉਹਦਾ ਹਸਬੈਂਡ ਬਾਏ ਨੇਮ ਦੋਸ਼ੀ ਆ 8 ਨੰਬਰ ਕਾਲਮ ਤੇ ਰਾਜਾ ਫਲੋਰਾ। ਉਹਦੀ ਪਤਨੀ ਦੇ ਬਿਆਨਾਂ ਤੇ ਮੇਰੇ ਤੇ ਝੂਠਾ ਪਰਚਾ ਦਰਜ ਕਰ ਦਿੱਤਾ ਜਾਂਦਾ। ਤੁਸੀਂ ਦੱਸੋ ਹੁਣ ਇਹਦਾ ਮਤਲਬ ਇਹੀ ਹੈ ਵੀ ਇੱਕ FIR ਪ੍ਰਿੰਕਲ ਨੇ ਕਰਾਈ ਹੋਈ ਹੈ, ਇੱਕ ਉਹਨਾਂ ਨੇ ਕਰਾਤੀ, ਹੁਣ ਬੈਠ ਕੇ ਕਹਿਣਗੇ ਜੀ ਇੱਕ ਤੂੰ ਆਪਣੀ ਵਾਪਸ ਕਰ ਲੈ। ਮੈਂ ਇਹ ਰਾਜਨੀਤੀ ਹੈ, ਹੋਰ ਕੀ ਹੈ? ਹੁਣ ਸਮਝੌਤਾ ਹੋ ਤੁਹਾਡੇ ਦੋਨਾਂ ਚ? ਉਹ ਚਾਹੁੰਦੇ ਨੇ, ਪਰ ਮੈਂ ਤੁਹਾਡੇ ਚੈਨਲ ਰਾਹੀਂ ਕਹਿ ਦਿੰਦਾ, ਉਹਨਾਂ ਦਾ ਵਹਿਮ ਕੱਢਦਾ। ਤੁਸੀਂ ਮੇਰੇ ਤੇ 10 ਪਰਚੇ ਹੋਰ ਦਰਜ ਕਰਾ ਲਓ, ਮੈਂ ਜ਼ੁਬਾਨ ਕਰ ਚੱਲਿਆ। ਜਿੰਦੀ ਜ਼ੁਬਾਨ ਫਤਿਹ ਹੁੰਦਾ ਮੈਦਾਨ ਫਤਿਹ, ਮੈਂ ਜ਼ੁਬਾਨ ਕਰ ਚੱਲਿਆ। ਤੁਸੀਂ 10 ਪਰਚੇ ਹੋਰ ਦਰਜ ਕਰਾ ਲਓ, ਮੈਂ ਪਰਮਜੀਤ ਦੇ ਰੇਪ ਕੇਸ 'ਚ ਗਵਾਹੀ ਦਊਂਗਾ, ਠੋਕ ਕੇ ਦਊਂਗਾ। ਜਿੱਥੇ ਤੱਕ ਮੈਨੂੰ ਜਾਣਾ ਪਿਆ ਮੈਂ ਜਾਊਂਗਾ। ਔਰ 307 ਵਾਲੇ ਆਪਣੇ ਪਰਚੇ ਵਿੱਚ ਵੀ ਮੈਨੂੰ ਹਾਈ ਕੋਰਟ ਤੱਕ ਜਾਣਾ ਪਿਆ, ਸੁਪਰੀਮ ਕੋਰਟ ਤੱਕ ਜਾਣਾ ਪਿਆ, ਮੈਂ ਜਾਊਂਗਾ, ਇਹਨਾਂ ਨੂੰ ਅੰਦਰ ਕਰਾਊਂਗਾ। ਕਿਉਂ? ਹੁਣ ਮੈਂ ਚੁੱਪ ਕਰਕੇ ਘਰੇ ਬੈਠ ਗਿਆ ਸੀ, ਇਹਨਾਂ ਨੂੰ ਮੈਨੂੰ ਬੈਠੇ ਦਾ ਆਹ ਸਿੱਲਾ ਦਿੱਤਾ। ਨਜਾਇਜ਼, ਬਿਲਕੁਲ ਨਜਾਇਜ਼ ਕਰਦੇ ਨੇ। ਔਰ ਦੇਖੋ ਸਿਮਰਜੀਤ ਬੈਂਸ ਜੇਲ੍ਹ 'ਚ ਬੈਠਾ, ਫੇਸਬੁੱਕ ਦੇ ਉੱਤੇ ਤੁਸੀਂ ਦੇਖੋ ਉਹਨੇ ਕਿਹੜੀ ਪੋਸਟ ਪਾਈ ਹੈ ਅੱਜ। ਕਿੰਨੀ ਹੈਰਾਨ ਕਰਨ ਵਾਲੀ ਗੱਲ ਹੈ ਵੀ ਜੇਲ੍ਹ ਮੰਤਰੀ ਸਾਹਿਬ ਤੇ ਵੀ ਸਵਾਲ ਖੜੇ ਹੁੰਦੇ ਨੇ। ਜਾਂ ਤਾਂ ਉਹਦੀ ਫੇਸਬੁੱਕ ਹੀ ਹੋਰ ਚਲਾ ਰਿਹਾ, ਉਹ ਅੰਦਰੋਂ ਆਰਡਰ ਕਰਦਾ ਵੀ ਆਹ ਪੋਸਟ ਪਾ ਦੇ, ਜਾਂ ਉਹ ਅੰਦਰੋਂ ਪੋਸਟ ਪਾ ਰਿਹਾ। ਵੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਐਡੀ ਕਿਹੜੀ ਗੱਲ ਹੋ ਗਈ, ਐਡਾ ਕਿਹੜਾ ਉਹ ਬਦਮਾਸ਼ ਹੋ ਗਿਆ? ਦੇਖੋ ਪੋਸਟ ਕੀ ਪਾ ਰਿਹਾ, ਕਹਿੰਦਾ ਬਹੀ ਖਾਤੇ ਤਿਆਰ ਰੱਖਿਓ, ਹਿਸਾਬ ਕਿਤਾਬ ਮੈਂ ਵਿਆਜ ਸਮੇਤ ਪੂਰਾ ਵਾਪਸ ਕਰਨਾ। ਦੇਖੋ ਇਹ ਕੀ ਹੈ? ਇਹ ਰੇਪ ਕੇਸ ਦੀ ਵਿਕਟਮ ਨੂੰ ਡਰਾਇਆ ਜਾਂਦਾ, ਧਮਕਾਇਆ ਜਾਂਦਾ, ਕਿਉਂਕਿ ਉਹਨਾਂ ਤੇ ਜਿਹੜੇ ਝੂਠੇ ਪਰਚੇ ਦਰਜ ਹੋਏ ਆ ਸਾਰੇ ਕੈਂਸਲ ਪਾਏ ਗਏ ਆ। ਮੈਂ ਚਾਹੁੰਦਾ ਵੀ ਇੱਕ SIT ਬਣਾਉਣ, ਮਾਣਯੋਗ ਮੁੱਖ ਮੰਤਰੀ ਸਾਹਿਬ ਪੰਜਾਬ 'ਚੋਂ ਬਣਾਉਣ। ਕਿਉਂ? ਕਿਉਂਕਿ ਗੁਰਵਿੰਦਰ ਪ੍ਰਿੰਕਲ ਪੰਜਾਬ ਦਾ ਵਸਨੀਕ ਹੈ, ਲੁਧਿਆਣੇ ਦਾ ਰਹਿਣ ਵਾਲਾ। ਗੁਰਦੀਪ ਕੌਰ ਪੰਜਾਬ ਦੀ ਵਸਨੀਕ ਹੈ, ਪਰਮਜੀਤ ਕੌਰ ਪੰਜਾਬ ਦੀ ਵਸਨੀਕ ਹੈ। ਤੁਸੀਂ ਤੇ ਪੰਜਾਬ ਦਾ 3 ਕਰੋੜ ਤੋਂ ਉੱਪਰ ਵਸਨੀਕ ਹੈ। ਤੁਸੀਂ ਇੱਕ ਬੰਦੇ ਦੀ ਵੋਟ ਨਾਲ ਤੁਸੀਂ ਜਿੱਤੇ ਹੋ। ਦੇਖੋ ਤੁਹਾਡਾ ਫਰਜ਼ ਬਣਦਾ, ਤੁਹਾਡਾ 1 ਲੱਖੀ ਫਰਜ਼ ਹੈ ਕਿ ਤੁਸੀਂ ਸਾਡੀ ਰੱਖਿਆ ਕਰਨੀ ਹੈ। ਜਿਸ ਤੁਹਾਡੇ ਬੱਚਿਆਂ ਦੇ ਉੱਤੇ ਮੰਨ ਲਓ, ਭਗਵੰਤ ਮਾਨ ਸਾਹਿਬ ਇੱਕ ਇੰਟਰਵਿਊ 'ਚ ਕਹਿੰਦੇ ਸੀ ਪੰਜਾਬ ਦੇ ਸਾਰੇ ਬੱਚੇ ਮੇਰੇ ਆਪ ਦੇ ਨੇ, ਹਨਾ। ਜੇ ਤੁਸੀਂ ਸਾਨੂੰ ਆਪ ਦਾ ਸਮਝਦੇ ਹੋ, ਤੁਸੀਂ ਸਿੱਟ ਬਣਾਓ ਕਿ ਜਿਹੜੇ ਇਹਨਾਂ ਦੇ ਬਾਹਰਲੀਆਂ ਸਟੇਟਾਂ 'ਚ ਪਰਚੇ ਦਰਜ ਹੋਏ ਨੇ ਤੇ ਬਾਅਦ 'ਚ ਕੈਂਸਲ ਪਾਏ ਗਏ ਨੇ, ਉਹ ਕਿੰਨੇ ਕਰਾਏ ਹੈ, ਕਿੱਦਾਂ ਕਰਾਏ ਹੈ। ਪਰਮਜੀਤ ਕੌਰ ਕੱਲ ਵੀ ਕਮਿਸ਼ਨਰ ਆਫ ਲੁਧਿਆਣਾ ਨੂੰ ਕਹਿ ਕੇ ਆਈਏ ਬਈ 12/11 ਨੂੰ ਮੈਨੂੰ ਧੱਕੇ ਨਾਲ 3 ਜਾਣੇ ਯਮਨਾ ਨਗਰ ਲੈ ਕੇ ਗਏ ਆ। ਜਦ ਉਹ ਕਹਿ ਕੇ ਆਈਏ ਵੀ ਮੈਨੂੰ ਲੈ ਗਏ, ਤੁਸੀਂ ਉਹਨਾਂ ਦੀਆਂ ਕਾਲ ਲੋਕੇਸ਼ਨਾਂ ਕਢਾਓ, ਕੋਲ ਡਿਟੇਲਾਂ ਕਢਾਓ, ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। CCTV ਫੁਟੇਜ ਕਢਾਓ ਟੋਲ ਪਲਾਜ਼ਾ ਤੋਂ, ਸਾਰਾ ਕੁਝ ਤੁਸੀਂ ਦੇਖੋ ਔਨ ਮੈਰਿਟ ਕਰੋ। ਮੈਂ ਨਹੀਂ ਕਹਿੰਦਾ ਪ੍ਰਿੰਕਲ ਕਹਿੰਦਾ ਵੀ ਪਰਚਾ ਦੇ ਦਿਓ ਉਹਨਾਂ ਤੇ, ਨਹੀਂ, ਤੁਸੀਂ ਪਹਿਲਾਂ ਇਨਕੁਆਇਰੀ ਕਰੋ। ਜੇ ਤੁਸੀਂ ਲੋਕੇਸ਼ਨ ਹੀ ਨਹੀਂ ਕਢਾਓਗੇ, CCTV ਫੁਟੇਜ ਚੈੱਕ ਹੀ ਨਹੀਂ ਕਰੋਗੇ, ਉਹਦੀ ਗੱਲ ਹੀ ਨਹੀਂ ਸੁਣੋਗੇ, ਇਟ ਮੀਨ ਤੁਸੀਂ ਸਿਮਰਜੀਤ ਬੈਂਸ ਨੂੰ ਬਚਾਉਣਾ ਚਾਹੁੰਦੇ ਹੋ। ਇਹੀ ਗੱਲ ਹੈ ਨਾ। ਠੀਕ ਹੈ, ਫਾਈਟ ਕਰਦੇ ਰਹੋਗੇ ਜਾਨੀ? ਬਿਲਕੁਲ, ਮੈਂ ਭੱਜਾਂਗਾ ਨਹੀਂ। ਮੈਂ ਦੱਸ ਦੇਣਾ ਚਾਹੁੰਦਾ, ਮੈਂ ਕਿਸੇ ਪਰਚੇ ਝੂਠੇ ਤੋਂ ਨਹੀਂ ਡਰਦਾ। ਮੈਂ ਅੱਗੇ ਵੀ ਕੈਂਸਲ ਕਰਾਏ ਨੇ। ਮੈਂ ਉਹ ਬਾਬਾ ਦੀਪ ਸਿੰਘ ਨੂੰ ਮੰਨਣ ਵਾਲਾ। ਕਰਾਏ ਨੇ ਜਾਂ ਹੋਏ ਨੇ? ਜਿਹੜੇ ਪਰਚੇ ਇਹਨਾਂ ਨੇ ਦਰਜ ਕਰਾਏ ਆ ਮੈਂ ਕੈਂਸਲ ਕਰਾਏ ਨੇ। ਜਿਹੜੇ ਪਰਚੇ ਸਿਮਰਜੀਤ ਬੈਂਸ ਨੇ ਝੂਠੇ, ਤੁਸੀਂ ਕਿਸੇ ਪਹੁੰਚ ਦੇ ਨਾਲ ਕਰਾਏ ਨੇ? ਬਿਲਕੁਲ ਪਹੁੰਚ ਦੇ ਨਾਲ। ਨਾ ਜੀ ਨਾ, ਮੈਂ ਤੁਹਾਨੂੰ ਦੱਸਦਾ, ਜਦੋਂ ਪਰਚਾ ਦਰਜ ਹੁੰਦਾ ਅਬਲ ਤਾਂ ਸਾਨੂੰ 2 ਮਹੀਨੇ 3 ਮਹੀਨੇ ਪਤਾ ਹੀ ਨਹੀਂ ਲੱਗਿਆ। ਜਦੋਂ ਪਤਾ ਲੱਗਿਆ, ਉੱਥੇ ਦੇ ਮਾਣਯੋਗ ਜਿਹੜੇ ਸੀਨੀਅਰ ਅਫਸਰ ਹੈ, ਅੰਬਾਲਾ ਦੇ SP ਉਦੋਂ ਹਾਮਿਦ ਅਖਤਰ ਸੀ, ਮੈਂ ਖੁਦ ਗਿਆ। ਮੈਂ ਕਿਹਾ ਸਰ ਬਈ ਮੈਂ ਕੋਈ ਕ੍ਰਾਈਮ ਨਹੀਂ ਕੀਤਾ, ਮੈਂ ਰੇਪ ਕੇਸ 'ਚ ਗਵਾਹੀ ਦਿੱਤੀ ਹੈ ਤੇ ਮੇਰੇ ਤੇ 307 ਦਾ ਪਰਚਾ ਹੋ ਗਿਆ। ਤੁਸੀਂ ਕਹਿ ਰਹੇ ਉਹਨਾਂ ਨੇ ਉਸੇ ਟਾਈਮ ਸਿੱਟ ਬਣਾਈ, ਜਾਂਚ ਦੇ ਵਿੱਚ ਝੂਠੇ ਪਾਏ ਗਏ। ਯੈਸ, ਬਿਲਕੁਲ ਬਿਲਕੁਲ। ਹੁਣ ਦੇਖੋ ਜਾ ਕੇ ਅਫਸਰਾਂ ਨੂੰ ਦੱਸਿਆ, ਸੀਨੀਅਰ ਦੇਖੋ IPS ਅਫਸਰ ਮੈਂ ਨਹੀਂ ਦੇਖਿਆ ਕਿਤੇ ਧੱਕਾ ਕਰਦੇ, ਕਿਤੇ ਬਹੁਤ ਜ਼ਿਆਦਾ ਕਿਸੇ ਦੀ ਜ਼ਮੀਰ। ਤੇ ਫਿਰ ਇਸ ਮਾਮਲੇ 'ਚ ਵੀ ਪੇਸ਼ ਹੋ ਜੋ IPS ਅਫਸਰ? ਮੈਂ ਤਾਂ ਭਾਜੀ ਭੱਜਿਆ ਹੀ ਨਹੀਂ, ਮੈਂ ਤਾਂ ਇਨਕੁਆਇਰੀ ਲਵਾ ਕੇ ਆਇਆ। ਉਹਨਾਂ ਨੇ ਲਿਖਿਆ ਉੱਥੇ ਅਰੈਸਟ ਸਟੇ ਲਿਖ ਕੇ ਉਹਨਾਂ ਨੇ ਇਨਕੁਆਇਰੀ ਲਾਈ ਹੈ। ਹੁਣ ਇਨਕੁਆਇਰੀ ਅਫਸਰ ਮੇਰਾ ਫੋਨ ਹੀ ਨਹੀਂ ਲੈਂਦੇ। ਮੈਂ ਤਾਂ ਤੁਹਾਡੇ ਚੈਨਲ ਰਾਹੀਂ ਮੈਂ ਹੁਣ ਤੁਹਾਨੂੰ ਬੇਨਤੀ ਕਰਦਾ ਬਈ ਅੱਜ ਤਰੀਕ ਹੈਗੀ, ਦੇਖੋ 20 ਅਗਸਤ ਹੈ। ਲੱਗਦਾ ਹੈ ਜਿਵੇਂ ਕਹਿੰਦੇ ਹੋ ਕਿ ਤੁਹਾਡੇ ਪਿਤਾ ਜੀ ਤੋਂ ਪੁਲਿਸ ਵਾਲਿਆਂ ਨੇ ਇਹ ਫੋਨ ਨਹੀਂ ਲਿਆ ਤੁਹਾਡਾ, ਹਾਂ, ਤੁਹਾਨੂੰ ਡਰ ਲੱਗਦਾ ਕਿ ਜੇ ਤੁਸੀਂ ਫੋਨ ਦੇਣ ਜਾਓਗੇ ਤੁਹਾਨੂੰ ਅਰੈਸਟ ਕਰ ਲੈਣਗੇ? ਬਿਲਕੁਲ ਡਰ ਨਹੀਂ ਲੱਗਦਾ ਭਾਜੀ, ਇਹ ਉਹਨਾਂ ਦਾ ਪੋਲੀਟੀਕਲ ਵੈਂਡੇਟਾ ਗੇਮ ਹੈ।
ਕੀ ਹੋ ਮੈਂ ਹੋਰ ਕੀ ਹੈ, ਮੈਂ ਤੁਹਾਨੂੰ ਦੱਸਦਾ ਤਾਂ ਪਿਆ ਬਈ ਪੁਲਿਸ ਦੀ ਦੁਰਵਰਤੋਂ ਹੋ ਰਹੀ ਹੈ ਵੀ ਇਹਨੂੰ ਅਰੈਸਟ ਕਰੋ। ਜਦ ਤੁਸੀਂ ਫੋਨ ਹੀ ਰਿਕਵਰ ਕਰਨਾ, ਮੈਂ ਤੁਹਾਨੂੰ ਫੋਨ ਦੇ ਰਿਹਾ, ਤੁਸੀਂ ਮਾਨਯੋਗ ਅਦਾਲਤ ਨੂੰ ਦੱਸ ਦਿਓ ਅਸੀਂ ਫੋਨ ਰਿਕਵਰ ਕਰ ਰਹੇ ਆ, ਬਾਕੀ ਇਹ ਸ਼ਾਮਲ ਤਬਦੀਸ਼ ਹੋ ਜਾਏ। ਜਦ ਤੁਸੀਂ ਉੱਥੇ ਜਾ ਕੇ ਕਹੋਗੇ ਭਾਈ ਅਸੀਂ ਇਹ ਤੋਂ ਫੋਨ ਲੈਣਾ, ਫਿਰ ਉੱਥੇ ਅਦਾਲਤਾਂ ਕੀ ਜਵਾਬ ਦੇਣਗੀਆਂ ਜੀ? ਮਤਲਬ ਗੇਮ ਹੈ, ਜਾਨੀ ਕਿ ਜਾਣ ਕੇ ਤੁਸੀਂ ਕਹਿ ਰਹੇ ਹੋ ਜਾਣ ਕੇ ਪੁਲਿਸ ਪਰੇਸ਼ਾਨ ਕੀਤਾ, ਬਹਾਨਾ ਰੱਖ ਰਹੀ ਹੈ ਕਿ ਬਿਲਕੁਲ। ਅੱਗੇ ਜਿੱਥੇ ਤੁਸੀਂ ਬਈ ਬੇਲ ਲਾਈ ਇਹ ਆ। ਮੇਨ ਗੱਲ ਆ ਭਾਜੀ, ਮੈਂ ਬੀਜੇਪੀ ਚ ਕਿਉਂ ਗਿਆ, ਬਸ ਆਹ ਢਿੱਡ ਪੀੜ ਹੈ, ਬਸ ਇੱਥੇ ਗੱਲ ਮੁੱਕਦੀ ਹੈ। ਠੀਕ ਹੈ। ਗੁਰਵਿੰਦਰ ਸਿੰਘ ਪ੍ਰਿੰਕਲ ਸਾਡੇ ਨਾਲ ਸੀ ਤੇ ਇਹਨਾਂ ਨੇ ਖੁਦ ਨੂੰ ਜਿਸ ਤਰੀਕੇ ਦੇ ਨਾਲ ਡਿਫੈਂਡ ਕੀਤਾ ਤੇ ਪੋਲੀਟੀਕਲ ਵੈਂਡੇਟਾ ਦਾ ਇਸ ਨੂੰ ਨਾਂ ਦੱਸਿਆ ਕਿ ਰਾਜਨੀਤੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਦਲਾਖੋਰੀ ਹੋ ਰਹੀ ਹੈ ਉਸ ਦਾ ਉਹ ਸ਼ਿਕਾਰ ਹੋ ਰਹੇ ਨੇ। ਹੁਣ ਇਹ ਗੱਲ ਜਾਂਚ ਅਧਿਕਾਰੀਆਂ ਨੇ ਤੈਅ ਕਰਨੀ ਆ, ਪੁਲਿਸ ਅਧਿਕਾਰੀਆਂ ਤੇ ਅਦਾਲਤਾਂ ਨੇ ਤੈਅ ਕਰਨੀ ਹੈ ਕਿ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ। ਪਰ ਅਸੀਂ ਵੀ ਚਾਹੁੰਦੇ ਹਾਂ ਕਿ ਕਿਸੇ ਬੇਕਸੂਰੇ ਇਨਸਾਨ ਨੂੰ ਕੋਈ ਵੀ ਹੋਵੇ, ਚਾਹੇ ਉਹ ਬੇਕਸੂਰੇ ਇਨਸਾਨ ਨੂੰ ਕੋਈ ਵੀ ਜਿਹੜੀ ਸਜ਼ਾ ਉਹ ਨਹੀਂ ਹੋਣੀ ਚਾਹੀਦੀ। ਇਹੀ ਕਾਨੂੰਨ ਦਾ ਕੰਮ ਹੈ, ਇਹੀ ਪੁਲਿਸ ਦੀ ਜਾਂਚ ਦਾ ਇੱਕ ਵੱਡਾ ਵਿਸ਼ਾ ਹੋਣਾ ਚਾਹੀਦਾ। ਫਿਲਹਾਲ ਦੇ ਲਈ ਸਿਰਫ ਇੰਨਾ ਹੀ। ਬਹੁਤ ਬਹੁਤ ਸ਼ੁਕਰੀਆ ਪ੍ਰਿੰਕਲ ਜੀ ਸਾਡੇ ਨਾਲ ਜੁੜਨ ਦਾ, ਧੰਨਵਾਦ।